ਅੰਗਦ ਅਰਦਾਸ ਗੁਰ ਧਿਆਓ ਹੇ ਧਿਆਓ ਸ਼੍ਰੀ ਗੁਰੂ ਰਾਮਦਾਸ ਗੰਗਾ ਬਿਨਨ ਕੇ ਨਾਸ਼ਕ ਅਰਿੰਦ ਸ਼ੁਭ ਸਤ ਆਸ਼ਕ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰ ਹਰਿ ਕ੍ਰਿਸ਼ਨ ਮਨਾਏ ਤੇਗ ਬਹਾਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਤਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦਾ ਬਾਰ ਬਾਰ ਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਾ ਕਰਿ ਅਨੁਰਾਗ ਤੇਰੇ ਸ਼ਬਦ ਗਾਏ ਜਿਨ ਜੀਤੇ ਪੰਚ ਬਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਏਕ ਓੰਕਾਰ ਸਤਿਗੁਰੂ ਦੇਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦੋਹਰਾ ਹਰ ਗੋਵਿੰਦ ਹਰ ਬ੍ਰਿੰਦ ਸਿੱਖ ਰੁਦਤ ਸੁਸ਼ੋਕ ਬਿਲੰਦ ਕੀਜੇ ਖੇਦ ਨਿਕੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
पतत पावन भगत वच्छल दीना बंधु जुगो जुग अटल गुरु सर्ब कला समरथ गुरु। धन 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 श्री गुरु ग्रंथ साहिब सच्चे पातशाह जी महाराज। तिन्हां दी छत्र छाया हेठ सुभाएमान अते सुभाएमान हो रही गुरु प्यारी खालसा साध संगत जीओ। आप सरबत बहुत ही भागां वाले हो जिन्ना महान आप सरबत संगत बड़े चेचे तौर आपो अपने तो कोच करके तेग बहादुर कर नौ निदावै धाए सब थई होए पावन पवित्र स्थान गुरुद्वारा श्री दुख निवारण साहिब पहुंच पूरे घर परिवार के सहित सतगुरु सच्चे पातशाह जियां दे पवित्र पावन दर्शन दीदार कर रहे हो, सत संगत कर रहे हो अते तन मन धन दे नाल सेवावां करके अपने अमोलक मनुखा जन्म नूं सफला कर रहे हो। सो हुण गुरु प्यारी संगत जी इस पवित्र अस्थान दी नित मर्यादा के अनुसार समा हो चुका है। चल रही लड़ीवार सतगुरां जी के पवित्र जीवन कौतकां दी कथा विचारता दा रहतनामिਆਂ ਵਿੱਚ बड़े प्यारे बचन आउंदे हन। तीन पहर जब बीते जान कथा सुने गुरहित चित लान। संध्या समय सुने रहरास कीर्तन कथा सुने हर जास। इनमें नेम हो एक कमाए सो सिख अमरपुरी में जाए। आखो सतनाम श्री वाहिगुरु। आखो जी सतनाम श्री वाहिगुरु। सो कथा सरवण करन दा बड़ा भारी फल है संगत जी। सो आप जी पिछले प्रसंगां दे लड़ी दे विच सरवण करके आए हो। निमरता दे पुंज बाणी के बोहित सच्चे सतगुरु सत रूप सत नाम सत संतोख तरियो और आद पुरख प्रतख लिखियो। चार मस्तक तुर प्रगट जो जग तेज भू मंडल छायो। धन धन सतगुरु श्री गुरु अर्जन देव सच्चे पातशाह की बड़ी महान शहादत होना कीती है ते सिख संगतां दे विच वैराग की लहर छाई हुई है। सो जो पंज सिख सतगुरां जी दे पास लाहौर गए सन, जिस वक्त वापस आउंदे हन तां सारा प्रसंग संगतां नूं सरवण करवाउंदे हन कि किस प्रकार चंदू पापी ने बड़ा भयानक कहर कमाउणा कीता है। निमरता दी मूरत शांति दे पुंज सतगुरु सच्चे पातशाह जियां नूं कई दिन जेठ दे महीनिਆਂ ਦੇ ਵਿੱਚ ਧੁੱਪੇ ਬਿਠਾ ਕਰਕੇ ਭੁੱਖੇ ਪਿਆਸੇ ਰੱਖਣਾ ਕੀਤਾ ਅਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਤਾਈ ਜੋ ਪਾਣੀ ਨੂੰ ਉਬਾਲ ਕਰਕੇ ਦੇਗੇ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੂੰ ਬਿਠਾਇਆ ਤੇ ਇਤਿਹਾਸਕਾਰ ਕਹਿੰਦੇ ਹਨ ਜਿਸ ਵਕਤ ਉਬਲਦੇ ਹੋਏ ਪਾਣੀ ਦੇ ਵਿੱਚੋਂ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੂੰ ਬਾਹਰ ਕੱਢਿਆ ਗਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਪਵਿੱਤਰ ਸਰੀਰ ਦੀਆਂ ਜੋ ਹੱਡੀਆਂ ਸਨ ਉਹ ਮਾਸ ਨਾਲੋਂ ਅਲੱਗ ਹੋ ਚੁੱਕੀਆਂ ਸਨ। ਹੱਡੀਆਂ ਪ੍ਰਤੱਖ ਨਜ਼ਰ ਆ ਰਹੀਆਂ ਸਨ। ਪੂਰੇ ਸਰੀਰ ਦੇ ਉੱਪਰ ਫਲੋਏ ਬਣ ਗਏ ਅਤੇ ਫਿਰ ਅਗਲੇ ਦਿਨ ਤੱਤੀ ਤੱਤੀ ਰੇਤ ਪਾਈ ਤੇ ਚੰਦੂ ਪਾਪੀ ਦਾ ਢਿੱਡ ਫਿਰ ਵੀ ਨਹੀਂ ਭਰਿਆ। ਉਸਨੇ
ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਤਾਈਂ ਤੱਤੀ ਤਵੀ ਤੇ ਬਿਠਾ ਕਰਕੇ ਅਤੇ ਫਿਰ ਦੁਬਾਰਾ ਫਿਰ ਜਿਹੜੀ ਰੇਤ ਹੈ ਪਾ ਕਰਕੇ ਸਤਿਗੁਰਾਂ ਜੀ ਨੂੰ ਸ਼ਹੀਦ ਕਰਨਾ ਕੀਤਾ। ਸੋ ਇਹ ਜੋ ਪ੍ਰਸੰਗ ਸੰਗਤਾਂ ਸਰਵਣ ਕਰਦੀਆਂ ਹਨ ਤਾਂ ਸਾਰੀ ਸੰਗਤਾਂ ਦੇ ਹਿਰਦੇ ਬਲੁੰਦਰੇ ਜਾਂਦੇ ਹਨ ਕਿ ਚੰਦੂ ਪਾਪੀ ਨੇ ਏਡਾ ਵੱਡਾ ਕਹਿਰ ਕਮਾਇਆ ਹੈ। ਤੇ ਉਸ ਵੇਲੇ ਸੰਗਤਾਂ ਚੰਦੂ ਪਾਪੀ ਦੇ ਤਾਈਂ ਬਦ ਸੀਸਾਂ ਵੀ ਬੜੀਆਂ ਦਿੰਦੇ ਹਨ। ਤੇ ਚੰਦੂ ਪਾਪੀ ਦੇ ਤਾਈਂ ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਾਣੀ ਵਿੱਚ ਵੀ ਫਰਮਾਉਂਦੇ ਹਨ, ਸਤਿਗੁਰ ਸੇਤੀ ਗਣਤ ਜੇ ਰੱਖੈ ਹਲਤ ਪਲਤ ਸਭ ਤਿਸਕਾ ਗਿਆ। ਗਣਤ ਦਾ ਨਾਮ ਹੁੰਦਾ ਹੈ ਵੈਰ ਖਾਰ। ਜਿਹੜਾ ਵੀ ਸੱਚੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਨਾਲ ਬਿਨਾਂ ਕਿਸੇ ਗੱਲ ਤੋਂ ਵੈਰ ਵਿਰੋਧ ਕਰਦਾ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਆਪਣਾ ਲੋਕ ਪਰਲੋਕ ਹੀ ਗਵਾ ਪੈਂਦਾ। ਨਿਤ ਚਹੀਆ ਪਾਹੇ ਝੱਗੂ ਸੁੱਟੇ ਝੱਖਦਾ ਝੱਖਦਾ ਝੜ ਪਿਆ। ਅਤੇ ਸਤਿਗੁਰਾਂ ਜੀ ਦੀ ਉੱਚੀ ਸੁੱਚੀ ਸ਼ਾਨ ਨੂੰ ਵੇਖ ਕਰਕੇ ਹਰ ਜਸ ਨੂੰ ਵੇਖ ਕਰਕੇ ਕਚੀਚੀਆਂ ਵੱਟਦਾ ਰਹਿੰਦਾ ਤੇ ਹਲਕੇ ਕੁੱਤੇ ਦੇ ਵਾਂਗ ਝੱਗ ਸੁੱਟਦਾ ਰਹਿੰਦਾ ਤੇ ਖਪਦਾ ਖਪਦਾ ਇੱਕ ਦਿਨ ਨਰਕਾਂ ਦੇ ਵਿੱਚ ਜਾ ਡਿੱਗਦਾ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਹਨ ਐਸਾ ਹਾਲ ਇੱਕ ਨਿੰਦਕ ਦਾ ਹੋਣਾ ਕਰਦਾ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਨਾਲ ਖਾਰ ਖਾਂਦਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਨਾਲ ਵੈਰ ਕਰਦਾ। ਸੋ ਉਸ ਸਮੇਂ ਸਾਰਾ ਪ੍ਰਸੰਗ ਸੰਗਤਾਂ ਦੇ ਵਿੱਚ ਸਰਵਣ ਕਰਵਾਇਆ ਜਾਂਦਾ। ਤੇ ਹੁਣ ਅੱਗੇ ਜਿਸ ਪ੍ਰਕਾਰ ਪ੍ਰਸੰਗ ਆਉਣਗੇ ਆਪ ਸਰਬੱਤ ਸੰਗਤ ਨੇ ਜਿਤਨਾ ਵੀ ਸਮਾਂ ਸੱਚੇ ਪਾਤਸ਼ਾਹ ਜੀ ਨੇ ਸਾਡੇ ਤਾਈਂ ਬਖਸ਼ਿਸ਼ ਕੀਤਾ ਹੈ ਸੋ ਉਤਨੇ ਸਮੇਂ ਵਾਸਤੇ ਆਪ ਸਰਬੱਤ ਸੰਗਤ ਨੇ ਪਹਿਲਾਂ ਦੇ ਵਾਂਗ ਹੀ ਆਪਣੀ ਸੁਰਤੀ ਬਿਰਤੀ ਨੂੰ ਸਤਿਗੁਰਾਂ ਜੀ ਦੇ ਚਰਨਾਂ ਦੇ ਵਿੱਚ ਜੋੜ ਕਰਕੇ ਆਨੰਦਾਂ ਦੇ ਤਾਈਂ ਦੇਣ ਵਾਲੀ ਸਿੱਖੀ ਦੇ ਤਾਈਂ ਦੇਣ ਵਾਲੀ ਮਹਾਨ ਕਥਾ ਨੂੰ ਸਰਵਣ ਕਰਕੇ ਲਾਹਾ ਪ੍ਰਾਪਤ ਕਰਨਾ ਜੀ। ਦੋਹਰਾ ਹਰ ਗੋਵਿੰਦ ਹਰ ਬ੍ਰਿੰਦ ਸਿੱਖ ਰੁਦਤ ਸੁਸ਼ੋਕ ਬਿਲੰਦ। ਸੋ ਕਵੀ ਰਾਜੀ ਜ਼ਿਕਰ ਕਰਦੇ ਹਨ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਤੇ ਬੇਅੰਤ ਹੀ ਸੰਗਤਾਂ ਜਦੋਂ ਇਸ ਸ਼ਹੀਦੀ ਪ੍ਰਸੰਗ ਨੂੰ ਸਰਵਣ ਕਰਦੀਆਂ ਹਨ ਕਿ ਕਿਵੇਂ ਕੋਹ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੂੰ ਸ਼ਹੀਦ ਕੀਤਾ ਗਿਆ ਤੇ ਉਸ ਸਮੇਂ ਸੰਗਤਾਂ ਬਹੁਤ ਜ਼ਿਆਦਾ ਵੈਰਾਗ ਵਿੱਚ ਆ ਕਰਕੇ ਉਹਨਾਂ ਦੀਆਂ ਅੱਖਾਂ ਦੇ ਵਿੱਚੋਂ ਵੈਰਾਗ ਦਾ ਜਲ ਡਿੱਗਣਾ ਕਰਦਾ ਹੈ। ਦੀਖਤ ਭਾਖਤ ਬ੍ਰਿਧ ਤਬ ਕੀਜੇ ਖੇਦ ਨਿਕੰਦ। ਉਸ ਸਮੇਂ ਪਰਮ ਪੂਜਨੀਕ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਸੰਗਤਾਂ ਦੇ ਵਿੱਚ ਰੋਂਦਿਆਂ ਹੋਇਆਂ ਕੁਰਲਾਉਂਦਿਆਂ ਹੋਇਆਂ ਵੇਖਦੇ ਹਨ ਤਾਂ ਉਸ ਸਮੇਂ ਬਾਬਾ ਬੁੱਢਾ ਸਾਹਿਬ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਤਾਈਂ ਬੇਨਤੀ ਕਰਦੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਣ ਕਿਰਪਾ ਕਰੋ ਹੁਣ ਸੰਗਤ ਦੇ ਤਾਈਂ ਜੋ ਹੌਸਲਾ ਹੈ ਜੋ ਧੀਰਜ ਹੈ ਦੇਣਾ ਕਰੋ। ਚੌਪਈ ਸਤਿਗੁਰ ਨੇ ਸੋਚਨ ਕੇ ਯੋਗ। ਅਤੇ ਬਾਬਾ ਬੁੱਢਾ ਸਾਹਿਬ ਜੀ ਸੰਗਤਾਂ ਦੇ ਤਾਈਂ ਬਚਨ ਕਰਦੇ ਹਨ ਕਿ ਗੁਰੂ ਪਿਆਰੀ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਵਿੱਚ ਸਦਾ ਹੀ ਹਾਜ਼ਰ ਨਾਜ਼ਰ ਹਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜੋਤ ਰੂਪ ਹਨ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਪ੍ਰਗਟ ਜੋਤ ਜਗ ਮਗੈ ਤੇਜ ਭੂ ਮੰਡਲ ਛਾਇਓ। ਸੋ ਭਾਈ ਇਸੇ ਵਾਸਤੇ ਸਤਿਗੁਰਾਂ ਜੀ ਦੇ ਪਵਿੱਤਰ ਸਰੀਰ ਦਾ ਜਿਹੜਾ ਨਾਸ਼ ਹੋ ਜਾਣਾ ਕੀਤਾ ਸੋ ਭਾਈ ਇਹ ਕੋਈ ਨਾ ਕੋਈ ਵਿਧੀ ਬਣਦੀ ਹੈ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ। ਜੋ ਵੀ ਇਸ ਮਾਤ ਲੋਕ ਤੇ ਉੱਪਰ ਆਇਆ ਹੈ ਇੱਕ ਨਾ ਇੱਕ ਦਿਨ ਉਹਨਾਂ ਆਕਾਰਾਂ ਨੇ ਉਹਨਾਂ ਵਸਤੂਆਂ ਨੇ ਉਹਨਾਂ ਸਰੀਰਾਂ ਨੇ ਇੱਕ ਨਾ ਇੱਕ ਦਿਨ ਨਾਸ਼ ਜ਼ਰੂਰ ਹੋਣਾ ਹੈ। ਪਰ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਆਪਣੇ ਪਵਿੱਤਰ ਸਰੀਰਕ ਜਾਮਿਆਂ ਨੂੰ ਬਦਲਦੇ ਰਹਿੰਦੇ ਹਨ ਅਤੇ ਸੰਸਾਰ ਦੇ ਉੱਪਰ ਰਹਿੰਦਿਆਂ ਹੋਇਆਂ ਪਰਉਪਕਾਰ ਕਰਦੇ ਰਹਿੰਦੇ ਹਨ। ਸੋ ਜੋ ਜੋਤ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀਆਂ ਦੇ ਵਿੱਚ ਸਬਾਏਮਾਨ ਹੈ ਉਹੀ ਜੋਤ ਹੁਣ ਮੀਰੀ ਪੀਰੀ ਦੇ ਮਾਲਕ ਗੁਰ ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋ ਬਿੰਦ ਸਵਾਰੀ।
ਸੋ ਉਹੀ ਜੋਤ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵਿੱਚ ਪ੍ਰਗਟ ਹੈ। ਸੋ ਇਸੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਜਾਣ ਕਰਕੇ ਉਹਨਾਂ ਦੇ ਪਵਿੱਤਰ ਸਰੀਰ ਦਾ ਨਾਸ਼ ਹੋਣ ਕਰਕੇ ਸਾਨੂੰ ਰੋਣਾ ਪਿੱਟਣਾ ਸਿਆਪੇ ਨਹੀਂ ਕਰਨੇ ਚਾਹੀਦੇ। ਮਤ ਮੈਂ ਪਿੱਛੇ ਕੋਈ ਰੋਗ ਸੀ ਸੋ ਮੈਂ ਮੂਲ ਨਾ ਪਾਇਆ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦਾ ਬਚਨ ਹੈ ਬਾਣੀ ਦਾ। ਸੋ ਜਸ ਬਿਥਾਰਿਓ 14 ਲੋਗ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦਾ ਪਵਿੱਤਰ ਹਰ ਜਸ 14 ਲੋਕਾਂ ਦੇ ਵਿੱਚ ਫੈਲਿਆ ਹੋਇਆ ਹੈ। ਕਨ ਸਮਾਨ ਤਨ ਧਰ ਬਿਦਤਾਵੇਂ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਗਤ ਜਲੰਦੇ ਦੇ ਉੱਪਰ ਠੰਡ ਵਰਤਾਉਣ ਵਾਸਤੇ, ਜਗਤ ਜਲੰਦੇ ਨੂੰ ਤਾਰਨ ਵਾਸਤੇ ਬੱਦਲਾਂ ਦੇ ਸਮਾਨ ਸਰੀਰ ਨੂੰ ਧਾਰਦੇ ਹਨ। ਅਤੇ ਬੱਦਲ ਜਿਵੇਂ ਵਰਖਾ ਕਰਦੇ ਹਨ, ਮੀਂਹੋ ਪਿਆ ਪਰਮੇਸ਼ਰ ਪਾਇਆ, ਜੀਵ ਜੰਤ ਸਭ ਸੁਖੀ ਵਸਾਇਆ। ਉਸੀ ਪ੍ਰਕਾਰ ਗੁਰੂ ਰੂਪ ਬੱਦਲ ਜਿਸ ਵਕਤ ਨਾਮ ਜਲ ਦੀ ਵਰਖਾ ਕਰਦੇ ਹਨ, ਉਪਦੇਸ਼ ਜਲ ਦੀ ਵਰਖਾ ਕਰਦੇ ਹਨ, ਤਾਂ ਸਾਰੀ ਖਲਕਤ ਦੇ ਵਿੱਚ ਠੰਡ ਵਰਤਾਉਂਦੇ ਹਨ। ਜਗ ਕਾਰਜ ਕਰ ਬੌਰ ਬਿਲਾਵੇ। ਅਤੇ ਸੰਸਾਰ ਦੇ ਉੱਪਰ ਮਹਾਨ ਪਰਉਪਕਾਰ ਕਰਕੇ, ਜਗਤ ਜਲੰਦੇ ਦੇ ਵਿੱਚ ਠੰਡ ਵਰਤਾ ਕਰਕੇ ਫਿਰ ਸਤਿਗੁਰੂ ਜੀ ਆਪਣਾ ਸਰੀਰਕ ਜਾਮਾ ਛੱਡ ਦਿੰਦੇ ਹਨ ਅਤੇ ਆਪਣੀ ਜੋਤ ਨਵੇਂ ਸਰੀਰ ਦੇ ਵਿੱਚ ਸਥਾਪਿਤ ਕਰ ਦਿੰਦੇ ਹਨ। ਪਰਮ ਧਾਮ ਬੈਕੁੰਠ ਸਿਧਾਰੇ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਣ ਪਰਮ ਧਾਮ ਸਭ ਤੋਂ ਵੱਡੇ ਘਰ ਸੱਚਖੰਡ ਵਿੱਚ ਜਾ ਚੁੱਕੇ ਹਨ। ਬ੍ਰਿੰਦ ਆਨੰਦ ਬਿਲੰਦ ਬਿਹਾਰੇ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਾਤ ਲੋਕ ਦੇ ਵਿੱਚ ਬੜੇ ਹੀ ਆਨੰਦਾਂ ਦੇ ਤਾਈਂ ਸਤਿਗੁਰੂ ਜੀ ਸਾਡੇ ਤਾਈਂ ਦੇ ਕਰਕੇ ਸੱਚਖੰਡ ਵਿਖੇ ਗਏ ਹਨ। ਜਿਵੇਂ ਕਿ ਭੱਟ ਹਰਬੰਸ ਜੀ ਦਾ ਬੜਾ ਪਿਆਰਾ ਬਚਨ ਹੈ। ਹਰਬੰਸ ਉਹ ਕਹਿੰਦੇ ਹਨ, ਭੱਟ ਹਰਬੰਸ ਜੀ ਬੜਾ ਪਿਆਰਾ ਸ਼ਬਦ ਹੈ। ਉਹ ਕਹਿੰਦੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦਾ ਜੋ ਜਸ ਹੈ, ਜਗਤ ਜਸ ਸੰਚਰਿਓ, ਆਪ ਜੀਆਂ ਦਾ ਜੋ ਜਸ ਹੈ ਸਾਰੇ ਸੰਸਾਰ ਦੇ ਵਿੱਚ ਪ੍ਰਗਟ ਹੈ। ਸੋ ਕਵਣ ਕਹੈ ਸ਼੍ਰੀ ਗੁਰਮੁਯੋ। ਸੋ ਕੌਣ ਆਖਦਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਵਿੱਚ ਨਹੀਂ ਹਨ? ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਵਿੱਚ ਹੀ ਹਨ। ਅੱਜ ਵੀ 10 ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿੱਚੋਂ ਸਾਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕਰਕੇ ਸਾਡੇ ਤਾਈਂ ਸੁਖ ਦੇ ਰਹੇ ਨੇ, ਸਾਡੇ ਤਾਈਂ ਆਨੰਦ ਦੇ ਰਹੇ ਹਨ। ਦੇਵਪੁਰੀ ਮਹਿ ਗਇਓ ਆਪ ਪਰਮੇਸ਼ਵਰ ਭਾਇਓ। ਸੋ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੁਣ ਆਪਣੇ ਨਿਜ ਘਰ ਵਿੱਚ ਗਏ ਹਨ ਤੇ ਆਪਣੀ ਅਗੰਮੀ ਜੋਤ ਅਗਲੇ ਜਾਮੇ ਦੇ ਵਿੱਚ ਸਥਾਪਿਤ ਕਰ ਦਿੱਤੀ ਹੈ। ਕਰ ਗਾਦੀ ਪਰ ਪੁੱਤਰੇ ਆਬਾਦੀ। ਅਤੇ ਹੁਣ ਜਗਤ ਜਲੰਦੇ ਨੂੰ ਤਾਰਨ ਵਾਲੀ ਮਹਾਨ ਗੁਰਤਾ ਗੱਦੀ ਦੇ ਉੱਪਰ ਆਪਣੇ ਪਿਆਰੇ ਸਾਹਿਬਜ਼ਾਦੇ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੂੰ ਸਾਡੇ ਪਾਰ ਉਤਾਰੇ ਵਾਸਤੇ ਛੱਡ ਕੇ ਗਏ ਹਨ, ਉਹਨਾਂ ਨੂੰ ਸਥਾਪਿਤ ਕਰਕੇ ਗਏ ਹਨ। ਭਏ ਸਰੂਪ ਲੀਨ ਨਿਜ ਆਦੀ। ਅਤੇ ਸਤਿਗੁਰੂ ਜੀ ਹੁਣ ਨਵੇਂ ਜਾਮੇ ਦੇ ਵਿੱਚ ਆਪਣਾ ਆਦ ਸਰੂਪ ਆਪਣੇ ਨਵੇਂ ਸਰੀਰ ਦੇ ਵਿੱਚ ਸਥਾਪਿਤ ਕਰ ਦਿੱਤਾ ਹੈ ਜਿਨ੍ਹਾਂ ਨੇ ਜੇ ਕਾਰਜ ਕਰਬੇ ਕੋ ਆਏ। ਅਤੇ ਜਿਸ ਕਾਰਜ ਦੇ ਵਾਸਤੇ ਸਤਿਗੁਰੂ ਜੀ ਆਏ ਸਨ, ਜਿਸ ਵਾਸਤੇ ਉਹਨਾਂ ਨੇ 5ਵਾਂ ਜਾਮਾ ਧਾਰਨ ਕੀਤਾ ਸੀ, ਧੰਨ ਧੰਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਸੰਪਾਦਨ ਕਰਨਾ, ਜਿਨ੍ਹਾਂ ਦਾ ਆਉਣ ਵਾਲੇ ਸਮੇਂ ਵਿੱਚ ਆਪ ਗੁਰੂ ਰੂਪ ਸੰਗਤ ਨੇ ਪਹਿਲਾ ਪ੍ਰਕਾਸ਼ ਦਿਹਾੜਾ ਵੀ ਮਨਾਉਣਾ। ਸੋ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਸੰਪਾਦਨ ਕਰਨਾ ਇੱਕ ਸਭ ਤੋਂ ਵੱਡਾ ਸ਼ਲਾਘਾਯੋਗ ਇੱਕ ਪਰਉਪਕਾਰ ਕਦਮ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦਾ। ਕਿਉਂਕਿ ਸੰਗਤ ਜੀ ਅਜੋਕੇ ਸਮੇਂ ਵਿੱਚ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਬਾਣੀ ਨੂੰ ਤੋੜ ਮਰੋੜ ਕੇ ਕਈ ਲੋਕ ਪੇਸ਼ ਕਰ ਰਹੇ ਸਨ, ਤਾਂ ਉਸ ਸਮੇਂ ਵੀ ਪੇਸ਼ ਕਰਦੇ ਸਨ ਤੇ ਨਾਮ ਲਿਖ ਦਿੰਦੇ ਸਨ ਨਾਨਕ ਕਹੈ। ਸੋ ਇਸੇ ਤਰੀਕੇ ਦੇ ਨਾਲ ਜਿਵੇਂ ਮੇਰਾ ਰੁੱਸੇ ਨਾ ਕਲਗੀਆਂ ਵਾਲਾ ਜਗ ਭਾਵੇਂ ਸਾਰਾ ਰੁੱਸ ਜਾਏ। ਸੋ ਹੁਣ ਕਈ ਵਾਰ ਭੋਲੀ ਭਾਲੀ ਸੰਗਤ ਇਸ ਕਵਿਤਾ ਨੂੰ ਬਾਣੀ ਸਮਝ ਲੈਂਦੀ ਹੈ। ਸੋ ਇਸੇ ਵਾਸਤੇ ਸੰਗਤ ਜੀ ਜੋ ਪ੍ਰਿਥੀ ਚੰਦ ਸੀ, ਪ੍ਰਿਥੀ ਚੰਦ ਦਾ ਲੜਕਾ ਸੀ ਅਤੇ ਹੋਰ ਵੀ
ਜਿੱਥੇ ਦੂਰ ਦਰੇਡੇ ਵਾਲੀਆਂ ਸੰਗਤਾਂ ਸਨ, ਉਹਨਾਂ ਨੇ ਬੇਨਤੀ ਕੀਤੀ, ਪਾਤਸ਼ਾਹ ਜੀ ਜਿਹੜੇ ਸਤਿਗੁਰਾਂ ਜੀ ਦੇ ਨਿਕਟਵਰਤੀ ਹਜ਼ੂਰੀ ਸਿੱਖ ਹਨ, ਉਹਨਾਂ ਨੂੰ ਤਾਂ ਪਤਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਬਾਣੀ ਕਿਹੜੀ ਹੈ, ਪਰ ਜਿਹੜੀ ਸਤਿਗੁਰੂ ਜੀ ਬੜੀ ਦੂਰ ਦਰੇਡੇ ਰਹਿਣ ਵਾਲੀ ਹੈ, ਸੋ ਉਹਨਾਂ ਦੇ ਤਾਈਂ ਜਿਹੜੇ ਆਮ ਗੁਰੂ ਘਰ ਦੇ ਨਾਲ ਖਾਰ ਖਾਣ ਵਾਲੇ ਮਨੁੱਖ ਹਨ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੀ ਕਵਿਤਾ ਰਚਦੇ ਨੇ ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦਾ ਨਾਮ ਉਚਾਰਦੇ ਨੇ ਕਵਿਤਾ ਦੇ ਵਿੱਚ, ਤੇ ਸੰਗਤਾਂ ਗੁੰਮਰਾਹ ਹੋ ਜਾਂਦੀ ਹੈ। ਸੋ ਇਸੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀਆਂ ਤੋਂ ਲੈ ਕੇ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਆਂ ਤੱਕ ਆਪਣੀ ਪਵਿੱਤਰ ਬਾਣੀ ਅਤੇ ਹੋਰ ਵੀ ਭਗਤ ਸਾਹਿਬਾਨਾਂ ਦੀ ਬਾਣੀ, ਭੱਟਾਂ ਦੀ ਬਾਣੀ, ਗੁਰਸਿੱਖਾਂ ਦੀ ਬਾਣੀ ਸ਼ੁੱਧ ਸਪਸ਼ਟ ਰੂਪ ਦੇ ਵਿੱਚ ਧੰਨ ਧੰਨ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਵਿੱਚ ਸਥਾਪਿਤ ਕੀਤੀ। ਸੋ ਸੰਗਤ ਜੀ, ਅਸੀਂ ਸਾਰੇ ਕਿੰਨੇ ਵੱਡਿਆਂ ਭਾਗਾਂ ਵਾਲੇ ਹਾਂ। ਜਿਤਨੇ ਵੀ ਧਾਰਮਿਕ ਗ੍ਰੰਥ ਵੇਖੀਏ ਸਾਰੇ ਧਰਮ ਸਤਿਕਾਰਯੋਗ ਨੇ, ਤਿੰਨਾਂ ਦੇ ਧਾਰਮਿਕ ਗ੍ਰੰਥਾਂ ਦੀ ਤਾਂ ਹੀ ਵੀ ਸਾਡੀ ਨਮਸਕਾਰ ਹੈ, ਪਰ ਵੇਖਣਾ ਕਰੋ ਉਹਨਾਂ ਦੇ ਧਾਰਮਿਕ ਗ੍ਰੰਥਾਂ ਦਾ ਇਤਿਹਾਸ ਕੀ ਹੈ, ਕਦੋਂ ਉਹਨਾਂ ਦੀ ਰਚਨਾ ਹੋਈ, ਕਿੱਥੇ ਹੋਈ, ਕਿਵੇਂ ਹੋਈ। ਸੋ ਵੇਖੋ, ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਸੰਰਚਨਾ ਸਾਡੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਆਪ ਹੀ ਕਰਨਾ ਕੀਤੀ। ਸੋ ਅੱਜ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿੰਦੀ ਦੁਨੀਆ ਦੇ ਤੱਕ ਜਗਤ ਚਲੰਦੇ ਨੂੰ ਤਾਰਦੇ ਰਹਿਣਗੇ। ਸੋ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਇੱਕ ਹੋਰ ਮਹਾਨ ਕਾਰਜ ਕੀਤਾ, ਧੰਨ ਧੰਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਪ੍ਰਗਟ ਕੀਤਾ। ਪੰਜ ਸਰੋਵਰ ਅਤੇ ਤਰਨ ਤਾਰਨ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਪ੍ਰਗਟ ਕੀਤਾ, ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਪਵਿੱਤਰ ਗੁਰਦੁਆਰਾ ਸ੍ਰੀ ਸੰਤੋਖਸਰ ਸਾਹਿਬ, ਸੋ ਇਤਿਆਦਿਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਥਾਨ ਪ੍ਰਗਟ ਕਰਨਾ ਕੀਤੇ। ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਪ੍ਰਗਟ ਕਰਨਾ ਕੀਤਾ। ਸੋ ਕਹਿਣ ਤੋਂ ਭਾਵ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਬੇਅੰਤ ਹੀ ਸੰਗਤਾਂ ਨੂੰ ਤਾਰਨ ਵਾਸਤੇ ਮਹਾਨ ਤੀਰਥ ਰਚਨਾ ਕੀਤੇ। ਨੀਕੇ ਪੂਰਨ ਕਰ ਸਮੁਦਾਏ। ਸੋ ਹਰ ਇੱਕ ਜਾਮੇ ਦੀ ਇੱਕ ਵੱਖਰੀ ਵੱਖਰੀ ਡਿਊਟੀ ਹੈ। ਸੋ ਹੁਣ ਪੰਜਵੇਂ ਜਾਮੇ ਦੀ ਜੋ ਡਿਊਟੀ ਸੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਡਿਊਟੀ ਦਾ ਨਿਰਵਾਹ ਕਰਕੇ ਉਸ ਹੁਣ ਸਰੀਰ ਨੂੰ ਬਦਲਣਾ ਕੀਤਾ ਹੈ। ਪੂਰਨਤਾ ਦਿਖਾਏ ਬ੍ਰਹਮ ਗਿਆਨੀ। ਅਤੇ ਇਸ ਪਵਿੱਤਰ ਸਰੀਰ ਨੂੰ ਧਾਰਨ ਕਰਕੇ ਬ੍ਰਹਮ ਗਿਆਨੀਆਂ ਦੀ ਜਿਹੜੀ ਪੂਰਨਤਾ ਹੈ, ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਪ੍ਰਗਟ ਕਰਕੇ ਵਿਖਾਈ। ਜਿਨ ਕੇ ਤਨ ਅੰਤਾ ਬ੍ਰਿਤੀ ਹਾਨੀ। ਅਤੇ ਜਿਨ੍ਹਾਂ ਬ੍ਰਹਮ ਗਿਆਨੀਆਂ ਨੂੰ ਤਨ ਦੀ ਹੰਗਤਾ ਮਮਤਾ ਨਹੀਂ ਹੋਣਾ ਕਰਦੀ, ਉਹਨਾਂ ਨੂੰ ਸਰੀਰ ਦਾ ਮੋਹ ਨਹੀਂ ਹੁੰਦਾ। ਨਿਜ ਸਰੂਪ ਤੇ ਫੁਰਨੋ ਆਨ। ਅਤੇ ਜਿਨ੍ਹਾਂ ਨੇ ਆਪਣੇ ਸਰੀਰ ਅਤੇ ਆਪਣੀ ਸੁਰਤੀ ਬਿਰਤੀ ਦੇ ਵਿੱਚ ਦੁਨਿਆਵੀ ਪਦਾਰਥਾਂ ਦੇ ਕਦੀ ਵੀ ਸੰਕਲਪ ਵਿਕਲਪ ਪਦਾਰਥਾਂ ਦੀ ਪ੍ਰਾਪਤੀ ਦਾ ਕਦੀ ਵੀ ਜਿਨ੍ਹਾਂ ਨੇ ਫੁਰਨਾ ਨਹੀਂ ਕੀਤਾ। ਉਠਨ ਨਾ ਦੀਨ ਸੇਕ ਰਸਵਾਨ। ਅਤੇ ਕਦੀ ਵੀ ਇਹਨਾਂ ਨਾਸ਼ਵਾਨ ਪਦਾਰਥਾਂ ਦਾ ਜੋ ਇੱਛਾ ਦਾ ਪ੍ਰਗਟਾਵਾ ਹੈ, ਕਦੀ ਉੱਠਣ ਨਹੀਂ ਦਿੱਤਾ, ਹਮੇਸ਼ਾ ਇੱਕ ਰਸ ਵਿੱਚ ਲੀਨ ਰਹੇ ਹਨ। ਜਗ ਕੀ ਬਰਤਨ ਸਹਿਜ ਸੁਭਾਏ। ਅਤੇ ਸੰਸਾਰ ਦੇ ਵਿੱਚ ਰਹਿੰਦੇ ਹੋਏ ਹੀ, ਜਿਵੇਂ ਭੱਟ ਮਥੁਰਾ ਜੀ ਕਹਿੰਦੇ ਹਨ, ਉਹ ਕਹਿੰਦੇ ਹਨ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਦਾ ਅਵਤਾਰ ਨੇ। ਭਗਵਾਨ ਸ਼ਿਵ ਜੀ ਦੇ ਕਿੰਨੇ ਅਵਤਾਰ ਹੋਏ ਨੇ, ਅਤੇ ਭਗਵਾਨ ਹਰੀ ਵਿਸ਼ਨੂੰ ਜੀ ਦੇ ਕਿੰਨੇ ਅਵਤਾਰ ਹੋਏ ਹਨ, ਪਰ ਰੱਬ ਦਾ ਅਵਤਾਰ ਕੌਣ ਹੋਇਆ? ਅਕਾਲ ਪੁਰਖ ਵਾਹਿਗੁਰੂ ਦਾ ਅਵਤਾਰ ਕੌਣ ਹੋਇਆ ਹੈ? ਗੁਰੂ ਨਾਨਕ। ਅਤੇ ਭੱਟ ਮਥੁਰਾ ਜੀ ਬਾਣੀ ਦੇ ਵਿੱਚ ਮੋਹਰ ਲਾ ਕੇ ਕਹਿ ਰਹੇ ਹਨ, ਭੰਨ ਮਥੁਰਾ ਕਛ ਭੇਦ ਨਹਿ ਗੁਰ ਅਰਜਨ ਪ੍ਰਤੱਖ ਹਰ। ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਆਪ ਅਕਾਲ ਪੁਰਖ ਵਾਹਿਗੁਰੂ ਦੀ ਜਾਗਦੀ ਜੋਤ ਹਨ, ਸਰੂਪ ਹਨ ਉਹਨਾਂ ਦਾ। ਬਿਨਾ ਯਤਨ ਜਿਮੋਤੀ ਜਾਏ। ਅਤੇ ਸੰਸਾਰ ਦੇ ਵਿੱਚ ਵੇਖੋ ਰੱਬ ਹੋ ਕਰਕੇ ਆਮ ਮਨੁੱਖਾਂ ਵਾਲੇ ਕਿਰਤ ਕਰਦੇ ਨੇ ਅਤੇ ਸੁੱਤੇ ਸਿੱਧ ਵਰਤਦੇ ਹਨ, ਅਤੇ ਬਿਨਾ ਯਤਨ ਜਿਮੋ ਹੋਤੀ ਜਾਏ। ਅਤੇ ਸੰਸਾਰ ਦੇ ਵਿੱਚ ਬਿਨਾ ਕਿਸੇ ਯਤਨ ਤੋਂ ਭਾਵ ਅਸੀਂ ਸਾਰੇ ਹੀ ਹਾਂ ਪਦਾਰਥਾਂ ਦੀ ਪ੍ਰਾਪਤੀ ਵਾਸਤੇ ਯਤਨ ਕਰਦੇ ਹਾਂ। ਜਿਵੇਂ ਆਪ ਜੀ ਸੋਧਰ ਰਹਿਰਾ ਸਾਹਿਬ ਵਿੱਚ ਪੜ੍ਹਦੇ ਹਾਂ, ਆਪਾਂ ਸਾਰੇ ਸਰਵਣ ਕਰਦੇ ਹਾਂ, ਕਾਹੇ ਰੇ ਮਨ ਚਿੱਤ ਬਹਿ ਉਦਮ
ਜਾਂ ਆਹਰ ਹਰ ਜੀਓ ਪਰਿਆ। ਆਹਰ ਕਹਿੰਦੇ ਨੇ ਭੋਜਨ ਨੂੰ, ਕਿ ਹੇ ਭਾਈ ਕਾਹਦੇ ਵਾਸਤੇ ਰੋਟੀ ਦੇ ਵਾਸਤੇ ਨਹੀਂ ਖੇਚਲਾ ਕਰਦਾ। ਅਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਪੈਦਾ ਕੀਤਾ ਹੈ, ਤੈਨੂੰ ਪੈਦਾ ਕਰਨ ਤੋਂ ਪਹਿਲਾਂ ਤੇਰੇ ਮੱਥੇ ਤੇ ਰੋਟੀ ਦਾ ਲੇਖ ਵੀ ਲਿਖਿਆ ਅਤੇ ਫਿਰ ਤੇਰੀ ਮੌਤ ਲਿਖੀ ਹੈ, ਕਦੋਂ ਕਿੱਥੇ ਤੇ ਕਿਵੇਂ ਹੋਣੀ ਹੈ, ਤੇ ਫਿਰ ਜਾ ਕੇ ਤੈਨੂੰ ਪੈਦਾ ਕੀਤਾ। ਨਾ ਕਰ ਚਿੰਤ ਚਿੰਤਾ ਹੈ ਕਰਤੇ ਹਰ ਦੇਵੈ ਜਲ ਥਲ ਜਨਤਾ ਸਬਤ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜੋ ਸਿੱਖਿਆ ਮਾਨਵਤਾ ਦੇ ਤਾਈਂ ਬਖਸ਼ਿਸ਼ ਕੀਤੀ, ਪਹਿਲਾਂ ਉਸ ਸਿੱਖਿਆ ਤੇ ਆਪ ਚੱਲੇ ਨੇ, ਆਪ ਪੂਰਨਾ ਪਾਇਆ। ਵੇਖੋ ਬਾਬਾ ਪ੍ਰਿਥੀ ਚੰਦ ਸਾਹਿਬ ਜੀ, ਇੱਥੇ ਸੰਗਤ ਜੀ ਸ਼ੰਕਾ ਨਾ ਕਰਨਾ ਕਿ ਬਾਬਾ ਪ੍ਰਿਥੀ ਚੰਦ ਸਾਹਿਬ ਨੂੰ ਕਿਉਂ ਬਾਬਾ ਕਿਹਾ, ਕਿਉਂਕਿ ਸੰਗਤ ਜੀ ਅਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਦੇ ਸਦਕਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਿੱਖ ਹਾਂ। ਸਾਨੂੰ ਕਿੰਨਾ ਮਾਣ ਹੈ ਆਪਣੇ ਆਪ ਤੇ। ਪਰ ਵੇਖੋ ਜੋ ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਆਂ ਦੀ ਬਿੰਦੀ ਔਲਾਦ ਹਨ ਅਤੇ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਤਾਇਆ ਜੀ ਹਨ ਅਤੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀਆਂ ਦੇ ਵੱਡੇ ਭਰਾ ਹਨ ਅਤੇ ਧੰਨ ਸ਼੍ਰੀ ਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀਆਂ ਦੇ ਦਾਦਾ ਜੀ ਹਨ। ਸੋ ਕਹਿਣ ਤੋਂ ਭਾਵ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਇਸੇ ਕਰਕੇ ਸਾਡੀ ਇੰਨੀ ਔਕਾਤ ਨਹੀਂ ਹੈਗੀ ਕਿ ਅਸੀਂ ਉਹਨਾਂ ਦੀ ਸ਼ਾਨ ਦੇ ਵਿੱਚ ਕੋਈ ਅਪਸ਼ਬਦ ਵਰਤ ਸਕੀਏ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਹਨ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਸੰਸਾਰ ਦੇ ਵਿੱਚ ਜਦੋਂ ਆਏ ਨੇ ਜਗਤ ਜਲੰਦੇ ਦੇ ਤਾਈਂ ਠੰਡ ਵਰਤਾਉਣ ਵਾਸਤੇ, ਉਹਨਾਂ ਨੇ ਕਿਸੇ ਵੀ ਪਦਾਰਥ ਦੇ ਵਾਸਤੇ ਯਤਨ ਨਹੀਂ ਕੀਤਾ। ਭਗਤ ਕਬੀਰ ਨਾਮ ਦਿਓ ਆਦ। ਅਤੇ ਵੇਖੋ ਭਗਤ ਕਬੀਰ ਸਾਹਿਬ ਜੀ, ਭਗਤ ਨਾਮਦੇਵ ਸਾਹਿਬ ਜੀ ਤੇ ਆਦਿਕ ਜਿੰਨੇ ਵੀ ਸੰਸਾਰ ਉੱਪਰ ਭਗਤ ਹੋਏ ਹਨ, ਪੀਰ ਪਰੀ ਕੀ ਨਸ ਪ੍ਰਭ ਯਾਦ। ਜਦੋਂ ਉਹਨਾਂ ਦੇ ਉੱਪਰ ਭੀੜ ਪਈ, ਜਿਸ ਵਕਤ ਉਹਨਾਂ ਨੂੰ ਨਿੰਦਕਾਂ ਨੇ, ਉਹਨਾਂ ਦੇ ਨਾਲ ਖਾਰ ਖਾਣ ਵਾਲਿਆਂ ਨੇ ਉਹਨਾਂ ਨੂੰ ਸਤਾਇਆ, ਕੁਛ ਤੇ ਕੁਛ ਕਰ ਨਰਨ ਦਿਖਾਈ। ਅਤੇ ਫਿਰ ਅਕਾਲ ਪੁਰਖ ਵਾਹਿਗੁਰੂ ਨੂੰ ਆਰਾਧਿਆ ਅਤੇ ਕੁਝ ਕਰਕੇ ਵਿਖਾਇਆ ਅਤੇ ਕੌਤਕ ਕਰਕੇ ਵਿਖਾਇਆ। ਗਿਆਨ ਊਨਤਾ ਏਈ ਜਨਾਈ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਸ਼ਹੀਦਾਂ ਦਾ ਸਰਤਾਜ ਇਸੇ ਕਰਕੇ ਕਿਹਾ ਜਾਂਦਾ ਹੈ। ਵੇਖੋ ਜੋ ਸ਼ਹੀਦ ਸ਼ਬਦ ਹੈ ਸੰਗਤ ਜੀ ਸਲਾਮ ਜਗਤ ਤੋਂ ਆਇਆ। ਜਦੋਂ ਸਤਿਕਾਰਯੋਗ ਹਜ਼ਰਤ ਮੁਹੰਮਦ ਸਾਹਿਬ ਜੀ ਕਰਬਲਾ ਦੇ ਮੈਦਾਨ ਦੇ ਵਿੱਚ ਜਦੋਂ ਸ਼ੀਆ ਤੇ ਸੁੰਨੀ ਦੋ ਸਾਡੇ ਮੁਸਲਮਾਨ ਭਰਾਵਾਂ ਦੀਆਂ ਲਹਿਰਾਂ ਆਪਸ ਵਿੱਚ ਟਕਰਾਉਂਦੀਆਂ ਨੇ, ਤਾਂ ਉਸ ਸਮੇਂ ਸ਼ੀਆ ਭਾਵੇਂ ਜਿੱਤ ਜਾਂਦੇ ਨੇ ਪਰ ਉਹ ਰਾਜ ਨਹੀਂ ਕਰ ਪਾਉਂਦੇ, ਤੇ ਸੁੰਨੀ ਸਨ ਹਜ਼ਰਤ ਮੁਹੰਮਦ ਸਾਹਿਬ ਜੀ, ਤਿੰਨਾਂ ਦੇ ਜਵਾਈ ਸਾਹਿਬਾਨ ਅਤੇ ਤਿੰਨਾਂ ਦੇ ਦੋਹਤਰੇ ਉਸ ਜੰਗ ਵਿੱਚ ਸ਼ਹੀਦ ਹੋ ਗਏ। ਪਰ ਉਸ ਸਮੇਂ ਜੰਗ ਦੇ ਵਿੱਚੋਂ ਬੁਰੀ ਤਰ੍ਹਾਂ ਹਾਰਨ ਕਰਕੇ ਦੁਸ਼ਮਣ ਦੇ ਨਾਲ ਲੜਦੇ ਹੋਇਆਂ ਬਹੁਤ ਜ਼ਿਆਦਾ ਜ਼ਖਮੀ ਹੋ ਗਏ। ਅਤੇ ਫਿਰ ਉਸ ਸਮੇਂ ਜਦੋਂ ਦੁਸ਼ਮਣ ਤੋਂ ਹਾਰ ਜਾਂਦਾ ਸੀ ਤੇ ਆਪਣੀ ਜਾਨ ਬਚਾਉਣ ਵਾਸਤੇ ਮਰਨ ਦਾ ਦਿਖਾਵਾ ਕਰਦਾ ਸੀ, ਪਰ ਦੁਸ਼ਮਣ ਵੀ ਬੜਾ ਚਲਾਕ ਹੁੰਦਾ ਸੀ। ਉਹ ਕੀ ਕਰਦਾ ਸੀ, ਉਹ ਇੱਟੇ ਦੇ ਨਾਲ, ਰੋੜੇ ਦੇ ਨਾਲ ਦੁਸ਼ਮਣ ਦੇ ਜਿਹੜਾ ਮਰਨ ਦਾ ਦਿਖਾਵਾ ਕਰ ਰਿਹਾ ਹੁੰਦਾ ਸੀ, ਤਾਂ ਉਸ ਦੇ ਜਿਹੜੇ ਦੰਦ ਸੀ ਰੋੜੇ ਮਾਰ ਮਾਰ ਕੇ ਭੰਨ ਕੇ ਫਿਰ ਚੈੱਕ ਕਰਦਾ ਸੀ ਕਿ ਕਿਤੇ ਦਿਖਾਵਾ ਤਾਂ ਨਹੀਂ ਕਰਦਾ। ਪਰ ਹਜ਼ਰਤ ਮੁਹੰਮਦ ਸਾਹਿਬ ਜੀਆਂ ਨੇ ਸੀ ਤਾਣੀ ਉਸ ਸਮੇਂ ਵਿਚਾਰੀ ਜਦੋਂ ਦੁਸ਼ਮਣ ਨੇ ਦੰਦ ਤੋੜੇ। ਤੇ ਫਿਰ ਜਦੋਂ ਦੁਸ਼ਮਣ ਚਲਾ ਗਿਆ, ਹਜ਼ਰਤ ਮੁਹੰਮਦ ਸਾਹਿਬ ਜੀਆਂ ਨੂੰ ਜਦੋਂ ਮਰਿਆ ਹੋਇਆ ਵੇਖ ਕਰਕੇ, ਤੇ ਫਿਰ ਜਿੰਨੇ ਵੀ ਉਸ ਸਮੇਂ ਤਿੰਨਾਂ ਦੇ ਪੈਰੋਕਾਰ ਸਨ, ਤਾਂ ਉਹਨਾਂ ਨੇ ਹਜ਼ਰਤ ਮੁਹੰਮਦ ਸਾਹਿਬ ਜੀ ਦੀ ਸ਼ਨਾਖਤ ਕੀਤੀ, ਉਹਨਾਂ ਦੀ ਸੇਵਾ ਕੀਤੀ, ਸਾਂਭ ਸੰਭਾਲ ਕੀਤੀ, ਤੇ ਸਾਰੇ ਇਸਲਾਮ ਜਗਤ ਵਿੱਚ ਕਹਿਣਾ ਕੀਤਾ ਕਿ ਹਜ਼ਰਤ ਮੁਹੰਮਦ ਸਾਹਿਬ ਜੀ ਚੜ੍ਹਦੀ ਕਲਾ ਵਿੱਚ ਹਨ, ਪਰ ਉਹਨਾਂ ਦਾ ਦੰਦ ਸ਼ਹੀਦ ਹੋ ਗਿਆ। ਕਹਿਣ ਤੋਂ ਭਾਵ ਸ਼ਹੀਦੀ ਦੇ ਪੈਰਾਮੀਟਰ ਬੜੇ ਛੋਟੇ ਜਿਹੇ ਸਨ, ਪਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀਆਂ ਦੀ ਸ਼ਹਾਦਤ ਦੁਨੀਆ ਦੇ ਨਾਲੋਂ ਨਿਵੇਕਲੀ ਅਦੁੱਤੀ ਕਿਉਂ ਹੈ? ਕਿਉਂਕਿ ਪਹਿਲਾਂ ਜ਼ਬਰਦਸਤੀ ਸ਼ਹੀਦ ਕੀਤਾ ਜਾਂਦਾ, ਬੜੇ ਭਾਰੀ ਤਸੀਹੇ ਦਿੱਤੇ ਜਾਂਦੇ ਸਨ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਦੁਸ਼ਮਣ ਵੱਲ ਸ਼ਹੀਦ ਹੋਣ ਵਾਸਤੇ ਆਪ ਗਏ, ਅਤੇ ਆਪ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਬੜੇ ਭਾਰੀ ਤਸੀਹੇ ਸਹੇ ਅਤੇ ਬਚਨ ਉਚਾਰਨਾ ਕੀਤੇ, ਤੇਰਾ ਕੀਆ ਮੀਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ। ਸੋ ਭਾਈ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਇੰਨੇ ਭਾਰੀ ਤਸੀਹੇ ਸਹੇ, ਪਰ ਫਿਰ ਵੀ ਚੰਦੂ ਪਾਪੀ ਦੇ ਤਾਈਂ ਇੱਕ ਵੀ ਅਪ ਸ਼ਬਦ ਨਹੀਂ ਉਚਾਰਿਆ।
ਇੱਕ ਵੀ ਅਪ ਸ਼ਬਦ ਨਹੀਂ ਉਚਾਰਿਆ, ਤੇਰਾ ਇਹ ਹੋ ਜਾਏ, ਤੇਰਾ ਆਹ ਹੋ ਜਾਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਦੀ ਸ਼ਾਂਤੀ ਦੇ ਵਿੱਚ ਕਦੀ ਵੀ ਕਿਸੇ ਪ੍ਰਕਾਰ ਦਾ ਜਿਹੜਾ ਵਿਘਨ ਹੈ ਦੁਸ਼ਮਣ ਪਾ ਨਹੀਂ ਸਕਿਆ। ਸੋ ਇਸੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਜੇਕਰ ਸ਼ਹੀਦ ਲਫ਼ਜ਼ ਨੂੰ ਮਹਾਨ ਕੀਤਾ ਹੈ ਤੇ ਆਪਣੀ ਮਹਾਨ ਸ਼ਹਾਦਤ ਦੇ ਕਰਕੇ, ਇਸੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੂੰ ਸ਼ਹੀਦਾਂ ਦੇ ਸਰਤਾਜ ਕਿਹਾ ਜਾਂਦਾ ਹੈ। ਭਗਤ ਧਰੂ ਜੀ ਦਾ ਇਤਿਹਾਸ, ਭਗਤ ਪ੍ਰਹਿਲਾਦ ਜੀ ਦਾ ਇਤਿਹਾਸ ਆਪ ਜੀ ਪੜ੍ਹਦੇ ਹੋ ਰਹਿਰਾਸ ਸਾਹਿਬ ਵਿੱਚ। ਹਰਨਾਖਸ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਸੋ ਭਾਈ ਉਸ ਸਮੇਂ ਰੱਬ ਨੂੰ ਯਾਦ ਕੀਤਾ ਤੇ ਰੱਬ ਨੇ ਆ ਕੇ ਰੱਖਿਆ ਕੀਤੀ। ਭਗਤ ਕਬੀਰ ਜੀਆਂ ਨੂੰ ਸਮੇਂ ਦੀ ਸਰਕਾਰ ਨੇ ਦਰਿਆ ਦੇ ਵਿੱਚ ਬੰਨ੍ਹ ਕਰਕੇ ਸੰਗਲਾਂ ਦੇ ਨਾਲ ਰੋੜਨਾ ਚਾਹਿਆ ਤੇ ਪੁਕਾਰ ਕੀਤੀ, ਰੱਬ ਨੇ ਬਚਾਇਆ। ਪਰ ਵੇਖੋ ਇੱਥੇ ਖੁਦ ਰੱਬ ਇੱਕ ਕੀੜੇ ਦੇ ਕੋਲੋਂ ਮਹਾਨ ਤਸੀਹੇ ਸਹਿ ਰਿਹਾ, ਪਰ ਕਦੀ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਚਾਹੁਣ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅੰਨਨ ਸੇਵਕ ਵਾਰ-ਵਾਰ ਬੇਨਤੀ ਕਰਦੇ ਸਨ, ਪਾਤਸ਼ਾਹ ਜੀ ਤੁਹਾਡੇ ਚਰਨਾਂ ਦੇ ਵਿੱਚੋਂ ਤੁਹਾਡੀ ਸੇਵਾ ਕਰਕੇ ਇੰਨੀ ਸ਼ਕਤੀਆਂ ਹਨ ਕਿ ਇੱਕ ਤਲੀ ਦੇ ਉੱਪਰ ਦਿੱਲੀ ਰੱਖ ਸਕਦੇ ਹਾਂ, ਇੱਕ ਤਲੀ ਦੇ ਉੱਪਰ ਲਾਹੌਰ, ਇਹਨਾਂ ਦੋਵਾਂ ਨੂੰ ਆਪਸ ਵਿੱਚ ਟਕਰਾ ਕਰਕੇ ਇਹਨਾਂ ਦਾ ਖੁਰਾ ਖੋਜ ਮਿਟਾ ਸਕਦੇ ਹਾਂ। ਪਾਤਸ਼ਾਹ ਜੀ ਆਗਿਆ ਤਾਂ ਕਰੋ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਬਚਨ ਕਰਦੇ ਹਨ ਕਿ ਅਸੀਂ ਐਸਾ ਪੂਰਨਾ ਪਾਉਣਾ। ਸੋ ਇਸੇ ਵਾਸਤੇ ਸਾਡੀ ਖੇਡ ਦੇ ਵਿੱਚ ਤੁਸੀਂ ਵਿੱਚ ਨਾ ਆਉਣਾ ਕਰੋ। ਅਸੀਂ ਜੋ ਕੁਝ ਵੀ ਕਰ ਰਹੇ ਹਾਂ ਸਾਰਾ ਕੁਝ ਸਾਡੇ ਭਾਣੇ ਵਿੱਚ ਹੀ ਹੋ ਰਿਹਾ, ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ ਸਿੱਖਾਂ ਨੂੰ ਅਤੇ ਸਾਡੀ ਪਿਆਰੀ ਸੰਗਤ ਤੇ ਲੋਕੀ ਇਲਜ਼ਾਮ ਨਾ ਲਾਉਣ ਕਿ ਗੁਰੂ ਤੱਤੇ ਵਾਲੇ ਸੀ। ਪਹਿਲਾਂ ਸਾਡੀ ਜਿਹੜੀ ਸ਼ਹਾਦਤ ਹੈ ਦੁਨੀਆ ਦੇ ਵਿੱਚ ਮਿਸਾਲ ਕਾਇਮ ਕਰੇਗੀ ਕਿ ਜਿਹੜੀ ਅਸੀਂ ਸ਼ਾਂਤੀ ਦੇ ਸਹਿਤ ਅਸੀਂ ਸ਼ਹਾਦਤ ਦੇਣੀ ਵੀ ਜਾਣਦੇ ਹਾਂ, ਪਰ ਜਿਹੜਾ ਕੋਈ ਜ਼ੁਲਮ ਕਰਨੋਂ ਬਾਜ ਨਾ ਆਏ ਫਿਰ ਤਲਵਾਰ ਚੱਕ ਕਰਕੇ ਦੁਸ਼ਮਣ ਦੇ ਨਾਲ ਲੜ ਕੇ ਜ਼ੁਲਮ ਦਾ ਨਾਸ਼ ਕਰਨਾ ਵੀ ਜਾਣਦੇ ਹਾਂ। ਸੋ ਇਸੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੂੰ ਸ਼ਹੀਦਾਂ ਦਾ ਸਰਤਾਜ ਕਿਹਾ ਜਾਂਦਾ, ਕਿਉਂਕਿ ਜਿੰਨੇ ਵੀ ਭਗਤ ਸਾਹਿਬਾਨ ਸਨ ਉਹਨਾਂ ਨੇ ਫਿਰ ਸੰਸਾਰ ਅੱਗੇ ਆਪਣੀ ਜਿਹੜੀ ਕਲਾ ਪ੍ਰਗਟ ਕਰਕੇ ਵਿਖਾਈ। ਪਰ ਧੰਨ ਸ਼੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਹਨ ਜਿਨ੍ਹਾਂ ਨੇ ਤਸੀਹੇ ਤਾਂ ਸਹਾਰ ਲਏ, ਪਰ ਜਿਹੜੀ ਆਪਣੀ ਕਲਾ ਹੈ ਇਹ ਪ੍ਰਗਟ ਨਹੀਂ ਕਰਕੇ ਵਿਖਾਈ। ਸਤਿ ਆਤਮਾ ਜਗ ਸਭ ਕਾਚੋ, ਅਤੇ ਜਿਹੜੀ ਆਤਮਾ ਹੈ ਇਹ ਸਦਾ ਹੀ ਸੱਚੀ ਹੈ, ਕਿਉਂਕਿ ਜਿਹੜਾ ਸਾਡਾ ਸਰੀਰ ਹੈ ਇਹ ਸੰਗਤ ਜੀ ਨਾਸ਼ਵਾਨ ਹੈ। ਇਹ ਪੰਜਾਂ ਤੱਤਾਂ ਤੋਂ ਮਿਲਿਆ ਹੈ। ਕਾਇਆ ਕੱਚੀ, ਕੱਚਾ ਚੀਰ ਹੰਡਾਏ, ਚੀਰ ਕਹਿੰਦੇ ਨੇ ਕੱਪੜਾ, ਕਹਿੰਦੇ ਹਨ ਜਿਵੇਂ ਕੋਈ ਪੁਰਾਣਾ ਕੱਪੜਾ ਹੋਵੇ ਤੇ ਸਮਾਂ ਪੈ ਕਰਕੇ ਗਲ ਜਾਂਦਾ, ਫਟ ਜਾਂਦਾ, ਉਸੇ ਤਰੀਕੇ ਦੇ ਨਾਲ ਇਹ ਸਾਡਾ ਸਰੀਰ ਹੈ। ਬਚਪਨ ਵੇਲੇ ਕਿੱਦਾਂ ਦਾ ਸਾਡਾ ਸਰੀਰ ਹੈ, ਜਵਾਨ ਵੇਲੇ ਕੁਝ ਹੋਰ ਹੋ ਜਾਂਦਾ, ਅੱਧ ਖੜ ਵੇਲੇ ਹੋਰ ਹੋ ਜਾਂਦਾ, ਬੁਢਾਪੇ ਵੇਲੇ ਕਿੱਦਾਂ ਦਾ ਹੋ ਜਾਂਦਾ। ਸੋ ਕਹਿਣ ਤੋਂ ਭਾਵ ਸਾਡਾ ਸਰੀਰ ਦੀ ਜਿਹੜੀ ਹਾਲਤ ਹੈ ਇਹ ਕਦੀ ਸਟੇਬਲ ਨਹੀਂ ਰਹਿੰਦੀ, ਇਹ ਕਦੀ ਇੱਕ ਸਮਾਨ ਨਹੀਂ ਰਹਿੰਦੀ। ਸੋ ਇਸੇ ਵਾਸਤੇ ਸਰੀਰ ਨੇ ਤਾਂ ਨਾਸ਼ ਹੋਣਾ ਹੀ ਹੋਣਾ। ਸੋ ਇਸੇ ਵਾਸਤੇ ਭਾਈ ਇਹ ਜਿਹੜਾ ਸੰਸਾਰ ਵੀ ਇੱਕ ਨਾ ਇੱਕ ਦਿਨ ਇਸ ਨੇ ਨਾਸ਼ ਹੋ ਜਾਣਾ ਹੈ। ਇਸੇ ਕਰਕੇ ਗੁਰੂ ਦੇ ਪਿਆਰੇ ਸਿੱਖ, ਗੁਰੂ ਸਾਹਿਬਾਨ ਆਪਣੇ ਸਿੱਖਾਂ ਨੂੰ ਸਿੱਖਿਆ ਦਿੰਦੇ ਹਨ, ਭਾਈ ਇਸ ਸਰੀਰ ਦੇ ਨਾਲ ਮੋਹ ਨਾ ਕਰੋ, ਇਸ ਸਰੀਰ ਦੇ ਨਾਲ ਪਰਉਪਕਾਰ ਕਰੋ। ਜਿਸ ਕੇ ਉਰ ਨਿਸ਼ਚੇ ਅਸ ਸਾਚੋ, ਭਾਈ ਜਿਸ ਦੇ ਹਿਰਦੇ ਦੇ ਵਿੱਚ ਐਸਾ ਪੱਕਾ ਨਿਸ਼ਚਾ ਹੈ ਸੰਸਾਰ ਪ੍ਰਤੀ, ਸਰੀਰ ਪ੍ਰਤੀ ਅਤੇ ਸੰਸਾਰ ਦੇ ਨਾਸ਼ਵਾਨ ਜਿੰਨੇ ਵੀ ਪਦਾਰਥ ਹਨ ਉਹਨਾਂ ਨੂੰ ਨਿਸ਼ਚਾ ਹੈ ਕਿ ਇਹ ਅੱਜ ਨਾ ਕੱਲ ਜ਼ਰੂਰ ਨਾਸ਼ ਹੋ ਜਾਣਗੇ, ਪਰ ਰਾਰਾ ਜਿਹੜਾ ਰੱਬ ਦਾ ਨਾਮ ਹੈ ਇਹ ਸੱਚਾ ਹੈ। ਐਸੀ ਸੰਚ ਜੋ ਬਿਨਸਤ ਨਾਹੀ, ਪਤ ਸੀਤੀ ਆਪਣੇ ਕਰ ਜਾਹੀ। ਸੋ ਭਾਈ ਜੇਕਰ ਇਕੱਠਾ ਹੀ ਕਰਨਾ ਹੈ ਤਾਂ ਜਿਹੜਾ ਰੱਬ ਦਾ ਨਾਮ ਧਨ ਹੈ ਇਸ ਨੂੰ ਇਕੱਠਿਆਂ ਕਰ। ਸੋ ਨਾਨਾ ਤਤਵ ਪਰ ਫੁਰ ਨਾ ਕਰੇ ਨਾ, ਅਤੇ ਸੋ ਨਾਨਾ ਤਵੰਗ ਕਹਿੰਦੇ ਹਨ ਜਿਹੜਾ ਸੰਸਾਰ ਦੇ ਵਿੱਚ ਜਿੰਨੇ ਵੀ ਨਾਸ਼ਵਾਨ ਪਦਾਰਥ ਹਨ ਉਹਨਾਂ ਨਾਸ਼ਵਾਨ ਪਦਾਰਥਾਂ ਦੀ ਪ੍ਰਾਪਤੀ ਦਾ ਕਦੀ ਵੀ ਫੁਰਨਾ ਨਹੀਂ ਕਰਦੇ। ਆਪਨ ਸਰੂਪ ਲਖੇ ਅਨਤਰੇ ਨਾ, ਅਤੇ ਉਹ ਆਪਣਾ ਸਰੂਪ ਜਾਣਦੇ ਹਨ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਜਿਨ੍ਹਾਂ ਨੇ ਆਪਣਾ ਮੂਲ ਸਰੂਪ ਪਛਾਣਿਆ ਹੈ ਸੋ ਉਹ ਭਾਈ ਜਿਹੜੀ ਦਵੈਤ ਹੈ ਉਸ ਨੂੰ ਧਾਰਦੇ ਨਹੀਂ ਹਨ। ਅਸ ਸੁਆਮੀ ਨੇ ਸੋਚਨ ਜੋਗ, ਐਸੇ ਜਗਤ ਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਸਿੱਖਾਂ ਦੇ ਤਾਈਂ ਬ੍ਰਹਮ ਗਿਆਨ ਦੇਣ ਵਾਲੇ। ਆਪ ਜੀ ਨੇ ਪਿਛਲੇ ਪ੍ਰਸੰਗਾਂ ਵਿੱਚ ਸਰਵਣ ਕੀਤਾ ਸੀ ਨਾ
जितनी देर तक दीन दुनिया दे वाली धन श्री गुरु अर्जन देव सच्चे पातशाह जी महाराज गुरुद्वारा श्री रामसर साहिब विखे सानू तारन वास्ते धन धन आदि श्री गुरु ग्रंथ साहिब सच्चे पातशाह जी की संरचना कर रहे सन ना, तो उस समय इतिहास कहता, इतिहास गवाह है, सतगुरु सच्चे पातशाह जी आराम भी नहीं सी करते। लगातार सतगुरु सच्चे पातशाह जी परोपकार वास्ते लगे हुए सन। ते भाई गुरदास जी ने बेनती की, पातशाह जी आप जी इतनी चिंता दे सहित क्यों हो? वेखो सारे संसार नूं चिंता तो रहत करने वाले सतगुरु जी चिंता दे सहित हन, पर काहदे वास्ते, काहदी चिंता? सतगुरु सच्चे पातशाह जी नूं किन्नी परोपकारी मूर्ति हन सतगुरु जी। ते भाई गुरदास जी दे ताई कहंदे हन, भाई गुरदास साहब जी असी इसे करके चिंता विच हां, ये कलयुग समा बड़ा भयानक है। सो कलयुग दे विच जिहड़ी मोह माया दा बड़ा पसारा है, मोह माया दे विच फस करके जिहड़ा जीव है पदार्थां दी प्राप्ति वास्ते काम क्रोध लोभ मोह हंकार तृष्णा दा शिकार हो करके बड़े भैड़े भैड़े कुकर्म कर लैंदा। सो जिन्हां दा जिहड़ा निपटारा है कई कई जूना भटक करके भी नहीं हुंदा। सो इसे वास्ते असी ऐसे नखिद तो नखिद कर्म करन वालियां दा भी भला चाहुंदे हां कि जेड़ा भी धन धन श्री गुरु ग्रंथ साहिब सच्चे पातशाह जी दे पवित्र दर्शन कर लवेगा ना, नखिद तो नखिद कर्म करन वाला भी, जिवें कि चार पाप श्री गुरु ग्रंथ साहिब सच्चे पातशाह जी दे विच हन कि चार पाप ए तो वध कोई हद हो ही नहीं सकदी पापां दी। ब्राह्मण कैली घात कंजका अनचारी का धान, फिटक फिटका कोड बदिया सदा सदा बमान। ये जिहड़े चार बज्जर पाप हैं, इन्हां पापां तो वध कोई भी पाप नहीं हो सकता। ब्राह्मण तो भाव विद्वान बंदे दा कतल करना, विद्वान बंदे नूं मारना, क्योंकि संगत जी विद्वान बनाउणा, पाठी सिंह पैदा करने अते रागी सिंह पैदा करने, ढाडी कविशर कथावाचक पैदा करने, संगत जी बड़ा औखा काम है, बड़ी विद्या पढ़नी पैंदी है। सो दुनियावी पढ़ाई तो लोग कर लेंदे ने, पर जिहड़ी अध्यात्मिक पढ़ाई है संगतां नूं सिद्धे रस्ते पाउण वाली बड़ी मेहनत करनी पैंदी है। सो इसे वास्ते जिहड़ा पढ़े लिखे दा पढ़े लिखे ने नुकसान पहुंचाउंदा इहदा पाप सब तो वड्डा है। अते गऊ दी हत्या करनी, किसी बेदोषी नूं मारना, अपनी गुरु स्त्री दे नाल बेविचार मंद कर्म करना, अते अणचारी दा धान भाव वेसवा दा अते चरित्रहीन बंदे दे घरों कुछ लैके खाना, वे दीना की दोस्ती वे दीना का खान, सिफती सार ना जाननी सदा वसै शैतान। ये चार वड्डे पाप ने। पर सतगुरु सच्चे पातशाह जी बचन करते हैं, कौन को कलंक रहियो राम नाम लेत ही, पतत पनीत भये राम कहत ही। सो भाई असी इहो जे नखिद तो नखिद पापियां दा भी चाहुंदे हां उधार हो जाए। आखो सतनाम श्री वाहिगुरु, आखो जी सतनाम श्री वाहिगुरु। बस असी इहो चाहुंदे हां कि जेड़ा पापी धन श्री गुरु ग्रंथ साहिब सच्चे पातशाह जी दी शरण विच आ जाए अते शरदा भावना धार के भावनी भगत पाए, कौडी अगर भाग राखै ताहे गुर सरब निदान दान देत है। सो भाई नखिद तो नखिद कर्म वाला बड़ी शरदा भावना दे नाल धुरकी बाणी धन धन श्री गुरु ग्रंथ साहिब सच्चे पातशाह जी दे दर्शन कर लवेगा ना, सो उनका भी उधार हो जाएगा। आखो सतनाम श्री वाहिगुरु। सो वेखो इन्नी परोपकारी सतगुरु सच्चे पातशाह जी महाराज। सो बाबा बुढ़ा साहब जी संगतां दे विचों विराग खत्म करने वास्ते, विराग निवृत्त करने वास्ते सतगुरु सच्चे पातशाह जी की महिमा संगतां नूं सरवण करवा रहे हैं। कबीर संत मोए क्या रोईए, जो अपने ग्रह जाए, रोवो साकत बापरे जो हाडे हाड बकाए। हे भाई जेड़े ब्रह्म ज्ञानी हन, संत महापुरख हन, गुरु साहिबान हन, जन्म मरण दोहों मैं नाही, जन परोपकारी आए, जी दान दे भगति लायन, हर स्यों लैण मिलाए। तो भाई जो सतगुरु सच्चे पातशाह जी सारे जगत नूं तारन वाले हन, सो इन्हां वास्ते काहदा रोना है? सो रोना पापियां वास्ते चाहिदा है, जिन्हां ने एडा सोहना मनुखा जन्म रैन गवाई सोए कै दिवस गवाया खाए। हीरे जैसा जन्म है
ਕੌਡੀ ਬਦਲਿਆ ਜਾਏ, ਰੋਣਾ ਤਾਂ ਇਹਨਾਂ ਨੂੰ ਰੋਵੋ। ਕਿਰਪਾ ਤਿਨੋ ਉਦਰੇ ਬਹੁ ਲੋਗ। ਅਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਜਿਹੜੇ ਪਾਤਰ ਬਣੇ ਹਨ, ਸੋ ਉਹਨਾਂ ਨੇ ਆਪਣਾ ਵੀ ਪਾਰ ਉਤਾਰਾ ਕਰ ਲਿਆ, ਆਪਣੇ ਸੰਗੀਆਂ ਦਾ ਵੀ ਪਾਰ ਉਤਾਰਾ ਕਰ ਲਿਆ, ਆਪਣੀਆਂ 21 ਕੁਲਾਂ ਦਾ ਵੀ ਪਾਰ ਉਤਾਰਾ ਕਰ ਲਿਆ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਜੋ ਤੁਰਕੀ ਬਾਣੀ ਉਚਾਰੀ ਹੈ, ਰਹਿੰਦੀ ਦੁਨੀਆ ਤੱਕ ਪੂਰੀ ਖਲਕਤ ਦਾ ਭਲਾ ਕਰਦੀ ਰਹੇਗੀ। ਪੂਰਬ ਪੁੰਨ ਫਲ ਕੋ ਪਾਏ। ਅਤੇ ਜੇਕਰ ਰੋਣਾ ਹੈ, ਅਫਸੋਸ ਕਰਨਾ ਹੈ, ਤਾਂ ਭਾਈ ਉਹਨਾਂ ਵਿਚਾਰੇ ਸਾਗਤਾਂ ਦੇ ਪ੍ਰਤੀ ਰੋਵੋ। ਜੇਕਰ ਰੋਣਾ ਹੀ ਹੈ, ਸਿਆਪੇ ਕਰਨੇ ਹੈ, ਤਾਂ ਉਹਨਾਂ ਦੇ ਪ੍ਰਤੀ ਰੋਣਾ ਕਰੋ ਜਿਨ੍ਹਾਂ ਨੇ ਆਪਣੇ ਪਿਛਲੇ ਚੰਗੇ ਕਰਮਾਂ ਦੇ ਕਰਕੇ ਚੰਗੇ ਤਗੜੇ ਅਮੀਰ ਘਰਾਣੇ ਦੇ ਵਿੱਚ ਜਨਮ ਤਾਂ ਲੈ ਲਿਆ, ਇੰਨੀ ਸੋਹਣੀ ਮਨੁੱਖਾ ਦੇਹ ਪ੍ਰਾਪਤਤਾ ਕਰ ਲਈ, ਪਰ ਕਦੀ ਵੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਕਦੀ ਵੀ ਸਿਮਰਿਆ ਨਹੀਂ, ਕਦੀ ਯਾਦ ਨਹੀਂ ਕੀਤਾ। ਭੋਗ ਵਿਸ਼ੇ ਜਗ ਚਲੇ ਗਵਾਏ। ਅਤੇ ਆਪਣੀ ਸੋਹਣੀ ਮਨੁੱਖਾ ਦੇਹ ਨੂੰ ਸੰਸਾਰ ਦੇ ਭੋਗ ਪਦਾਰਥਾਂ ਦੇ ਵਿੱਚ, ਚੰਗੇ ਚੰਗੇ ਪਦਾਰਥ ਖਾਣ ਦੇ ਵਿੱਚ ਅਤੇ ਹੋਰ ਦੁਨਿਆਵੀ ਰਸਾਂ ਕਸਾਂ ਨੂੰ ਭੋਗਣ ਦੇ ਵਿੱਚ ਹੀ ਵਿਅਰਥ ਗਵਾ ਦਿੱਤਾ। ਭਗਤ ਨਾ ਜੋਗ ਨਾ ਗਿਆਨ ਵਿਰਾਗੇ। ਅਤੇ ਜਿਨ੍ਹਾਂ ਨੇ ਕਦੀ ਭਗਤੀ ਨਹੀਂ ਕੀਤੀ, ਪ੍ਰਾਨੀ ਭਗਤਹੀਨ ਕਾਹੇ ਜਗ ਆਇਆ, ਪੂਰੇ ਗੁਰ ਕੀ ਸੇਵ ਨਾ ਕੀਨੀ, ਬਿਰਥਾ ਜਨਮ ਗਵਾਇਆ। ਰੋਣਾ ਤੇ ਇਹਨਾਂ ਨੂੰ ਰੋਵੋ ਜਿਨ੍ਹਾਂ ਨੇ ਭਗਤੀ ਨਹੀਂ ਕੀਤੀ। ਸੋ ਸੰਗਤ ਜੀ, ਭਗਤੀ ਵੀ 9 ਪ੍ਰਕਾਰ ਦੀ ਹੈ। ਪ੍ਰੇਮਾ ਭਗਤੀ ਹੈ, ਸਰਵਣ ਭਗਤੀ, ਆਪ ਜੀ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਸਜੇ ਹੋਏ ਹੋ, ਸਤਿਗੁਰਾਂ ਜੀ ਦਾ ਹਰ ਜਸ ਸਰਵਣ ਕਰ ਰਹੇ, ਉਹਨੂੰ ਕੀ ਕਹਿੰਦੇ ਨੇ? ਸਰਵਣ ਭਗਤੀ। ਕੀਰਤਨ ਭਗਤੀ, ਕੀਰਤਨ ਕਰਨਾ, ਕੀਰਤਨ ਸਰਵਣ ਕਰਨਾ, ਇਹ ਕੀਰਤਨ ਭਗਤੀ ਹੈ। ਸਿਮਰਨ ਭਗਤੀ, ਆਪਣਾ ਪਰਸਨਲ ਨਿਤਨੇਮ ਕਰਨਾ, ਵਾਹਿਗੁਰੂ ਵਾਹਿਗੁਰੂ ਸਿਮਰਨਾ, ਇਹ ਸੰਗਤ ਜੀ ਸਿਮਰਨ ਭਗਤੀ ਹੈ। ਸੋ ਅੱਗੇ ਸਖਾ ਭਗਤੀ ਹੈ, ਜੋ ਬਾਬਾ ਮਰਦਾਨਾ ਜੀ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਨਾਲ ਰਹਿ ਕਰਕੇ, ਬਾਬਾ ਬੁੱਢਾ ਸਾਹਿਬ ਜੀਆਂ ਨੇ ਬਾਬਾ ਬੁੱਢਾ ਸਾਹਿਬ ਜੀ ਦੀ ਅੰਸ਼ ਬੰਸ ਰਹੀ, ਇਹ ਕੀ ਹੈ? ਸਖਾ ਭਗਤੀ। ਤੇ ਦਾਸਾ ਭਗਤੀ, ਗੁਰੂ ਘਰ ਦੇ ਆਪਣੇ ਆਪ ਨੂੰ ਦਾਸ ਜਾਣਨਾ, ਸੰਗਤਾਂ ਦੇ ਦਾਸ ਜਾਣਨਾ। ਸੋ ਇਸੇ ਤਰੀਕੇ ਦੇ ਨਾਲ ਸੰਗਤ ਜੀ 9 ਪ੍ਰਕਾਰ ਦੀਆਂ ਭਗਤੀਆਂ ਹਨ। ਸੋ ਅੱਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਿਨ੍ਹਾਂ ਨੇ ਭਗਤੀ ਨਹੀਂ ਕੀਤੀ ਤੇ ਜਿਨ੍ਹਾਂ ਨੇ ਜੋਗ ਨਹੀਂ ਕਮਾਇਆ। ਹੁਣ ਜੋਗ ਕੀ ਹੈ? ਰੇ ਮਨ ਇਹ ਬਿਦ ਜੋਗ ਕਮਾਓ, ਸਿੰਘੀ ਸਾਚ ਅਕਪਟ ਕੰਠਲਾ, ਧਿਆਨ ਵਿਭੂਤ ਚੜਾਓ। ਜੋਗ ਕੀ ਹੈ? ਜੋਗਾਸ ਚਿਤ ਬ੍ਰਿਤੀ ਨਿਰੋਧਾ, ਆਪਣੇ ਚਿੱਤ ਦੀਆਂ ਬਿਰਤੀਆਂ, ਸੰਕਲਪਾਂ, ਵਿਕਲਪਾਂ ਨੂੰ ਰੋਕ ਕਰਕੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਚਰਨਾਂ ਦਾ ਧਿਆਨ ਧਾਰਨ, ਇਹੋ ਹੀ ਜੋਗ ਹੈ। ਸੋ ਇਸੇ ਤਰੀਕੇ ਦੇ ਨਾਲ ਜਿਨ੍ਹਾਂ ਨੇ ਗਿਆਨ ਪ੍ਰਾਪਤ ਨਹੀਂ ਕੀਤਾ, ਸੋ ਜਿਨ੍ਹਾਂ ਨੇ ਭਗਤੀ ਨਹੀਂ ਕੀਤੀ, ਜਿਨ੍ਹਾਂ ਨੇ ਜੋਗ ਨਹੀਂ ਧਾਰਿਆ, ਜੋਗ ਨਾਮ ਜੁੜਨ ਦਾ, ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਧਿਆਨ ਜੋੜਨਾ, ਸੋ ਉਹਨਾਂ ਨੂੰ ਹੀ ਗਿਆਨ ਪ੍ਰਾਪਤ ਹੁੰਦਾ ਹੈ। ਜਿਨ੍ਹਾਂ ਨੇ ਗਿਆਨ ਦੀ ਪ੍ਰਾਪਤੀ ਵੀ ਨਹੀਂ ਕੀਤੀ ਅਤੇ ਜਿਨ੍ਹਾਂ ਨੂੰ ਕਦੀ ਵਿਰਾਗ ਵੀ ਨਹੀਂ ਆਇਆ, ਸੋ ਭਾਈ ਜਿਨ੍ਹਾਂ ਨੂੰ ਕਦੀ ਵਿਰਾਗ ਨਹੀਂ ਆਇਆ, ਉਹਨਾਂ ਨੂੰ ਰੋਣਾ ਕਰੋ। ਸੇ ਸੋਚਨ ਕੇ ਜੋਗ ਕੋ ਭਾਗੇ। ਐਸੇ ਜਿਹੜੇ ਪ੍ਰਾਣੀ ਹਨ ਜਿਨ੍ਹਾਂ ਨੇ ਆਪਣਾ ਮਨੁੱਖਾ ਜਨਮ ਗਵਾ ਦੇਣਾ ਕੀਤਾ ਅਤੇ ਉਹ ਖੋਟੇ ਭਾਗਾਂ ਵਾਲੇ ਹੋ ਗਏ। ਨਰ ਤਨ ਜਿਨੋ ਅਕਾਰਥ ਖੋਵਾ। ਅਤੇ ਜਿਨ੍ਹਾਂ ਨੇ ਸੋਹਣਾ ਮਨੁੱਖਾ ਸਰੀਰ ਪ੍ਰਾਪਤ ਕਰਕੇ ਵਿਅਰਥ ਹੀ ਗਵਾ ਦੇਣਾ ਕੀਤਾ। ਕਹਿਣ ਤੋਂ ਭਾਵ ਖਾਣਾ ਪੀਣਾ ਹੱਸਣਾ ਸੌਣਾ, ਵਿਸਰ ਗਿਆ ਹੈ ਮਰਨਾ। ਸੋ ਭਾਈ ਸਾਰਾ ਕੁਝ ਪਤਾ ਹੈ, ਪਰ ਕਿਹੜੀ ਚੀਜ਼ ਬਾਰੇ ਨਹੀਂ ਪਤਾ? ਮਰਨਾ। ਸੋ ਭਾਈ ਮਰਨਾ ਤਾਂ ਹੈ। ਤੇ ਭਗਤ ਕਬੀਰ ਜੀ ਬੜਾ ਪਿਆਰਾ ਸ਼ਬਦ ਉਚਾਰਦੇ ਹਨ, ਕਬੀਰ ਇਹੋ ਤਨ ਜਾਹੇਗਾ, ਸਕੋ ਤਾਂ ਲੇ ਬਹੋਰ, ਨਾਂਗੇ ਪਾਵੋ ਤੇ ਗਏ ਜਿਨਕੇ ਲੱਖ ਕਰੋੜ। ਸੋ ਭਾਈ ਅੱਜ ਨਹੀਂ ਤੇ ਕੱਲ ਕਿਸੇ ਨੇ ਜਾਣਾ ਜ਼ਰੂਰ ਹੈ, ਪਰ ਇਹ ਜਿਹੜਾ ਮਨੁੱਖਾ ਜਨਮ ਹੈ, ਇਹ ਜਿਹੜੇ ਸਰੀਰ ਹੈ, ਸਰੀਰ ਦੇ ਨਾਲ ਸੰਬੰਧਿਤ ਜਿਹੜੇ ਪਦਾਰਥ ਹਨ, ਇਸੇ ਲੋਕ ਦੇ ਤੱਕ ਹੀ ਸੀਮਤ ਰਹਿ ਜਾਣੇ ਨੇ। ਹੁਣ ਸਾਡੇ ਇੱਥੋਂ ਦੀ ਕਰੰਸੀ ਕਦੇ ਦੂਸਰੇ ਦੇਸ਼ਾਂ ਵਿੱਚ ਨਹੀਂ ਚੱਲਦੀ, ਤਾਂ ਸੰਗਤ ਜੀ ਇਹ ਮਾਤ ਲੋਕ ਦੀ ਕਰੰਸੀ,
ਇਹ ਮਾਤ ਲੋਕ ਦੇ ਪਦਾਰਥ ਪਰਲੋਕ ਦੇ ਵਿੱਚ ਕਿਵੇਂ ਚੱਲਣਗੇ? ਪਰਲੋਕ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਬਚਨ ਕਰ ਰਹੇ ਹਨ ਕਿ ਨਾਮ ਹੀ ਸਭ ਤੋਂ ਸ੍ਰੇਸ਼ਟ ਹੈ। RAM ਸਿਮਰ ਪਛਤਾਹੇਗਾ ਮਨ, ਪਾਪੀ ਜੀਰਾ ਲੋਭ ਕਰਤ ਹੈ ਆਜ ਕਾਲ ਉੱਠ ਜਾਹੇਗਾ। ਸੋ ਭਾਈ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਵਾਹਿਗੁਰੂ ਨੂੰ ਸਿਮਰਨਾ ਕਰ, ਅੱਜ ਨਹੀਂ ਤੇ ਕੱਲ ਤੂੰ ਚਲੇ ਜਾਣਾ। ਸੋ ਭਾਈ ਜਿਨ੍ਹਾਂ ਨੇ ਕਦੀ ਵੀ ਨਾਮ ਨੂੰ ਨਹੀਂ ਸੰਭਾਲਿਆ, ਸੋ ਭਾਈ ਉਹਨਾਂ ਨੇ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਦਿੱਤਾ। ਸਤਨਾਮ ਨੇ ਸਿਮਰਨ ਹੋਵਾ, ਅਤੇ ਜਿਨ੍ਹਾਂ ਨੇ ਕਦੀ ਵੀ ਆਪਣੀ ਰਚਨਾ ਤੋਂ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਨਹੀਂ ਕਰਨਾ ਕੀਤਾ, ਜਿਨ੍ਹਾਂ ਨੇ ਕਦੀ ਵੀ ਵਾਹਿਗੁਰੂ ਵਾਹਿ ਜੀਓ, ਜਿਨ੍ਹਾਂ ਨੇ ਕਦੀ ਵੀ ਆਪਣੀ ਰਚਨਾ ਤੋਂ ਵਾਹਿਗੁਰੂ ਨੂੰ ਕਦੀ ਸਿਮਰਿਆ ਹੀ ਨਹੀਂ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਰੋਣਾ ਹੈ ਤੇ ਇਹਨਾਂ ਪਾਪੀਆਂ ਨੂੰ ਰੋਵੋ। ਫਾਸੀ ਪਰੇ ਗਏ ਜਮ ਲੋਗ, ਅਤੇ ਅੰਤਾਂ ਨੂੰ ਸਿਮਰਨ ਭਜਨ ਦਇਆ ਨਹੀਂ ਕੀਨੀ, ਤਉ ਮੁਖ ਚੋਟਾਂ ਖਾਹੇਗਾ। ਜੋ ਜਮ ਆਏ ਕੇਸ ਗਹਿ ਪਟਕੈ, ਤਾਂ ਦਿਨ ਕਿਸ਼ਨਾ ਬਸਾਹੇਗਾ। ਹੇ ਭਾਈ ਕਦੀ ਵੀ ਦਇਆ ਨਹੀਂ ਕੀਤੀ ਜੀਆਂ ਤੇ, ਕਦੀ ਵੀ ਕਿਸੇ ਤੇ ਰਹਿਮ ਨਹੀਂ ਕੀਤਾ, ਲੋੜਵੰਦ ਦੀ ਸਹਾਇਤਾ ਨਹੀਂ ਕੀਤੀ। ਆ ਜਿਵੇਂ ਸੰਗਤ ਜੀ ਮੈਨ ਮੇਡ ਫਲੱਡ ਆਇਆ, ਸੋ ਹੁਣ ਜਿੱਥੇ ਗੁਰਦੁਆਰਾ ਸ਼੍ਰੋਮਣੀ ਕਮੇਟੀ ਅਤੇ ਸਮੂਹ ਹੋਰ ਸਿੱਖ ਜਥੇਬੰਦੀਆਂ, ਸੋ ਜਿਨ੍ਹਾਂ ਦੇ ਵਿੱਚੋਂ ਅਕਾਲ ਅਕੈਡਮੀ ਦੇ ਜਿੰਨੇ ਵੀ ਅਦਾਰੇ ਹਨ ਅਤੇ ਕਲਗੀਧਰ ਟਰਸਟ ਬੜੂ ਸਾਹਿਬ ਇਤਿਆਦਿਕ ਧਾਰਮਿਕ ਸੰਸਥਾਵਾਂ ਆਪ ਗੁਰੂ ਰੂਪ ਸੰਗਤਾਂ ਦੇ ਸਹਿਯੋਗ ਦੇ ਸਦਕਾ ਹੜ੍ਹ ਪ੍ਰਭਾਵਿਤ ਸਾਡੇ ਭੈਣ ਭਰਾਵਾਂ ਦੀ ਲੱਕ ਬੰਨ੍ਹ ਕਰਕੇ ਸੇਵਾ ਕਰ ਰਹੇ ਹਨ। ਸੋ ਭਾਈ ਆਪ ਸਰਬੱਤ ਸੰਗਤਾਂ ਦਾ ਸਹਿਯੋਗ ਸਦਕਾ ਹੀ ਸਾਰੇ ਕਾਰਜ ਹੋ ਰਹੇ ਹਨ, ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸੋ ਇਸੇ ਵਾਸਤੇ ਸੰਗਤ ਜੀ ਆਪਣੀ ਦਸਾਂ ਨੌਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਤਨ ਮਨ ਧਨ ਕਰਕੇ ਸੇਵਾ ਕਰਕੇ ਲਾਹਾ ਪ੍ਰਾਪਤ ਕਰੋ, ਕਿਉਂਕਿ ਇਹ ਵਡਿਆਈ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਸਿੱਖਾਂ ਨੂੰ ਹੀ ਦਿੱਤੀ ਹੈ। ਸੋ ਵੇਖੋ ਰਾਸ਼ਨ ਮਹਿੰਗੇ ਹੋ ਜਾਣੇ ਨੇ, ਪਾਣੀ ਮਹਿੰਗਾ ਹੋ ਜਾਣਾ, ਪਰ ਵੇਖੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਮਹਾਰਾਜ ਤਿੱਚਰ ਮੂਲ ਨਾ ਥੜਿੰਦੋ, ਜਿੱਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ, ਖਾਏ ਖਰਚ ਧਨਮਾਲ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਵਡਿਆਈ ਖਾਲਸੇ ਨੂੰ ਦਿੱਤੀ ਹੈ। ਸੋ ਇਸੇ ਵਾਸਤੇ ਸੰਗਤ ਜੀ ਵੱਧ ਤੋਂ ਵੱਧ ਸਹਿਯੋਗ ਦੇਣਾ ਕਰੋ। ਸੋ ਜਿਤਨੇ ਵੀ ਭੈਣ ਭਰਾ ਇਸ ਹੜ੍ਹ ਪ੍ਰਭਾਵਿਤ ਏਰੀਏ ਵਿੱਚ ਰਹਿੰਦੇ ਹਨ, ਸੋ ਭਾਈ ਜਿੰਨੇ ਵੀ ਉਹਨਾਂ ਦੇ ਰਿਸ਼ਤੇਦਾਰ ਭੈਣ ਭਰਾ ਹਨ, ਵਿਦੇਸ਼ਾਂ ਦੇਸ਼ਾਂ ਦੀ ਸੰਗਤ ਹੈ, ਸੋ ਭਾਈ ਜ਼ਰੂਰ ਆਪਣੀ ਦਸਾਂ ਨੌਹਾਂ ਦੀ ਕਿਰਤ ਕਮਾਈ ਦੇ ਵਿੱਚੋਂ ਤਨ ਮਨ ਧਨ ਦੇ ਨਾਲ ਸੇਵਾ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਰਾਬਤਾ ਕਾਇਮ ਕਰੋ ਅਤੇ ਕਲਗੀਧਰ ਟਰਸਟ ਬੜੂ ਸਾਹਿਬ ਦਾਸ ਸੰਗਤ ਜੀ ਇਸ ਪਵਿੱਤਰ ਸੰਸਥਾ ਦਾ ਹਜ਼ੂਰੀ ਕਥਾਵਾਚਕ ਵੀ ਹੈ। ਸੋ ਇਸ ਵਾਸਤੇ ਆਪ ਸਰਬੱਤ ਸੰਗਤਾਂ ਵੱਧ ਤੋਂ ਵੱਧ ਇਹਨਾਂ ਜਥੇਬੰਦੀਆਂ ਦਾ ਹੱਕ ਦੇ ਵਿੱਚ ਆ ਕਰਕੇ ਵੱਧ ਤੋਂ ਵੱਧ ਇਹਨਾਂ ਜਥੇਬੰਦੀਆਂ ਦੇ ਨਾਲ ਜੁੜ ਕਰਕੇ ਹੜ੍ਹ ਪ੍ਰਭਾਵਿਤ ਸਾਡੇ ਭਰਾਵਾਂ ਦੀ ਭੈਣਾਂ ਦੀ ਮਦਦ ਕਰੀਏ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਹਨ, ਭਾਈ ਵਿੱਚ ਦੁਨੀਆ ਸੇਵ ਕਮਾਈਐ, ਤਾਂ ਦਰਗਹਿ ਬੈਸਣ ਪਾਈਏ। ਇਹੋ ਭਾਈ ਸਾਰਿਆਂ ਤੋਂ ਸਰਵ ਸ੍ਰੇਸ਼ਟ ਸੇਵਾ। ਤੇ ਪਾਤਸ਼ਾਹ ਜੀ ਬਚਨ ਕਰਦੇ ਹਨ, ਜਿਨ੍ਹਾਂ ਨੇ ਕਦੀ ਦਇਆ ਨਹੀਂ ਕੀਤੀ, ਰਹਿਮ ਨਹੀਂ ਕੀਤਾ, ਲੋੜਵੰਦਾਂ ਦੀ ਕਦੀ ਸਹਾਇਤਾ ਨਹੀਂ ਕੀਤੀ, ਤੇ ਅੰਤਾਂ ਨੂੰ ਫਿਰ ਜਿਹੜੀ ਜਮਾਂ ਦੀ ਫਾਸੀ ਆ ਉਹਨਾਂ ਦੇ ਗਲ ਦੇ ਵਿੱਚ ਪੈ ਜਾਂਦੀ ਹੈ, ਤੇ ਫਿਰ ਜਮ ਲੋਕ ਨੂੰ ਜਾਂਦੇ ਹਨ ਪਾਪੀ ਲੋਕ। ਸੋ ਮੂਰਖ ਸੋਚਨ ਕੇ ਜੋਗ, ਐਸੇ ਜਿਹੜੇ ਮੂਰਖ ਪ੍ਰਾਣੀ ਹਨ ਉਹੀ ਇਹ ਸੋਚਣ ਦੇ ਯੋਗ ਹਨ। ਮਰ ਕਰ ਬੋ ਜੋਨੀ ਪਰਮਾਵੇ, ਅਤੇ ਜਦੋਂ ਮਰਦੇ ਹਨ ਫਿਰ ਬਹੁਤ ਸਾਰੀਆਂ ਜੂਨਾਂ ਦੇ ਵਿੱਚ ਭ੍ਰਮਣ ਕਰਦੇ ਹਨ। ਕਰੇ ਪਾਪ ਕੈ ਨਰਕ ਸਿਧਾਵੇ, ਅਤੇ ਜਿਹੜੇ ਪਾਪ ਇਹਨਾਂ ਨੇ ਮਾਤ ਲੋਕ ਤੇ ਕੀਤੇ ਹਨ, ਸੋ ਉਹਨਾਂ ਦੇ ਪਾਪਾਂ ਦੀ ਸਜ਼ਾ ਹੈ ਇਹ ਫਿਰ ਪਰਲੋਕ ਦੇ ਵਿੱਚ ਨਰਕਾਂ ਦੇ ਵਿੱਚ ਭੋਗਦੇ ਹਨ। ਜਿਨ ਕਬਉ ਸਤ ਸੰਗ ਨ ਕਰੇ, ਸੋ ਭਾਈ ਜਿਨ੍ਹਾਂ ਨੇ ਕਦੀ ਵੀ ਸਤ ਸੰਗਤ ਨਹੀਂ ਕੀਤੀ, ਸੋ ਸੰਗਤ ਜੀ ਸਤ ਸੰਗਤ ਦੇ ਵਿੱਚ ਹਾਜ਼ਰ ਹੋਣਾ, ਸਤ ਸੰਗਤ ਦੀ ਹਾਜ਼ਰੀ ਭਰਨੀ ਸਾਰਿਆਂ ਤੋਂ ਸ੍ਰੇਸ਼ਟ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਤ ਮਰਿਆਦਾ ਦੇ ਵਿੱਚ ਬੜੇ ਪਿਆਰੇ ਬਚਨ ਕਰਦੇ ਹਨ, ਗੁਰਸਿੱਖ ਰਹਿਤ ਸੁਨੋਹ ਮੇਰੇ ਮੀਤ, ਉਠ ਪ੍ਰਭਾਤ ਕਰੇ ਹਿਤ ਚੀਤ,
ਵਾਹਿਗੁਰੂ ਪੁਨ ਮੰਤਰ ਹੈ ਜਾਪ, ਕਰ ਇਸ਼ਨਾਨ ਪੜੇ ਜਪ ਜਾਪ। हे ਭਾਈ, ਜਦੋਂ ਅੰਮ੍ਰਿਤ ਵੇਲੇ ਉੱਠਦੇ ਹੋ, ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋ, ਤਾਂ ਭਾਈ ਵਾਹਿਗੁਰੂ ਕਹਿ ਕੇ ਉੱਠੋ। ਅਤੇ ਜਿੰਨੀ ਦੇਰ ਤੱਕ ਆਪ ਜੀ ਸਰੀਰ ਦੀ ਕਿਰਿਆ ਸੋਧਦੇ ਹੋ, ਇਸ਼ਨਾਨ ਪਾਨ ਕਰ ਨਹੀਂ ਲੈਂਦੀ, ਉਨੀ ਦੇਰ ਤੱਕ ਵਾਹਿਗੁਰੂ 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 ਜਪਦੇ ਰਹੋ। ਕਿਉਂਕਿ ਸਾਡੇ ਸਵਾਸਾਂ ਦਾ ਕੋਈ ਪਤਾ ਨਹੀਂ। ਹਰ ਜਪਦਿਆਂ ਖਿੰਨ ਢਿੱਲ ਨਾ ਕੀਜੇ ਮੇਰੀ ਜਿੰਦੜੀਏ, ਮਤ ਕੇ ਜਾਪੇ ਸਾਹੋ ਆਵੇ ਕੇ ਨਾ ਆਵੇ ਰਾਮ। ਤੇ ਫਿਰ ਇਸ਼ਨਾਨ ਕਰਨ ਤੋਂ ਬਾਅਦ ਚੌਂਕੜਾ ਮਾਰ ਕਰਕੇ ਕਰ ਇਸ਼ਨਾਨ ਪੜੇ ਜਪ ਜਾਪ, ਫਿਰ ਪੰਜਾਂ ਬਾਣੀਆਂ ਦਾ ਨਿਤਨੇਮ ਕਰੇ। ਸੋ ਇੱਥੇ ਸੰਗਤ ਜੀ, ਜਿਹੜੀਆਂ ਸੰਗਤਾਂ ਬਾਣੀ ਪੜ੍ਹਨੀਆਂ ਨਹੀਂ ਜਾਣਦੀਆਂ, ਇਹਨਾਂ ਨੇ ਸ਼ੰਕਾ ਨਹੀਂ ਕਰਨਾ ਕਿ ਸਾਡਾ ਕੀ ਬਣੇਗਾ। ਸਤਿਗੁਰੂ ਜੀ ਬਾਣੀ ਵਿੱਚ ਫਰਮਾਉਂਦੇ ਹਨ, ਜੋ ਪ੍ਰਾਣੀ ਗੋਬਿੰਦ ਧਿਆਵੈ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਸੋ ਭਾਈ, ਜਿਹੜੀਆਂ ਸੰਗਤਾਂ ਬਾਣੀ ਨਹੀਂ ਪੜ੍ਹਨਾ ਜਾਣਦੀਆਂ, ਤਾਂ ਉਹ ਭਾਈ ਗੁਰੂ ਘਰ ਜਾ ਕਰਕੇ ਪੰਜਾਂ ਬਾਣੀਆਂ ਦਾ ਨਿਤਨੇਮ ਸਰਵਣ ਕਰਨ, ਅਤੇ ਜਾਂ ਸਵਾ ਘੰਟਾ ਸਵੇਰੇ, ਸਵਾ ਘੰਟਾ ਸ਼ਾਮ ਨੂੰ ਮੂਲ ਮੰਤਰ ਦੀ ਮਾਲਾ ਅਤੇ ਵਾਹਿਗੁਰੂ ਮੰਤਰ ਦੀ ਜਿਹੜੀ ਮਾਲਾ ਹੈ, ਇਹ ਜ਼ਰੂਰ ਜਪਣ ਸਵਾ ਘੰਟੇ ਤੱਕ। ਸੋ ਇਸੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਡੇ ਤਾਂ ਫਰਮਾਉਂਦੇ ਹਨ, ਤੇ ਅਗਲਾ ਬਚਨ ਕੀ ਕਰਦੇ ਹਨ, ਦਰਸ਼ਨ ਕਰੇ ਮੇਰਾ ਪੁਨ ਆਏ। ਨਿਤਨੇਮ ਕਰਨ ਤੋਂ ਬਾਅਦ ਫਿਰ ਮੇਰਾ ਆ ਕੇ ਦਰਸ਼ਨ ਕਰਨ, ਅਦਬ ਸਿਉ ਬੈਠ ਗੁਰ ਹਿਤ ਚਿਤ ਲਾਏ। ਤੇ ਮੇਰੀ ਸੰਗਤ ਵਿੱਚ ਬੜੇ ਅਦਬ ਸਤਕਾਰ ਦੇ ਸਹਿਤ ਬੈਠਣ, ਤੇ ਬੜੇ ਪ੍ਰੇਮ ਦੇ ਸਹਿਤ ਬਾਣੀ ਸਰਵਣ ਕਰਨ, ਹਰ ਜਸ ਸਰਵਣ ਕਰਨ, ਤਾਂ ਹੀ ਉਹਨਾਂ ਦੀ ਜਿਹੜੀ ਮਨੁੱਖਾ ਦੇਹ ਹੈ ਸਫਲੀ ਹੋਣਾ ਕਰੇਗੀ। ਕਿਉਂਕਿ ਸੰਗਤ ਦੇ ਵਿੱਚ ਵੀ ਸੰਗਤ ਜੀ ਉਂਗੂ ਚੁੰਗੂ ਤੇ ਸੁੰਗੂ। ਸੋ ਸੁੰਗੂ ਕਿਹੜੇ ਹੁੰਦੇ ਹਨ, ਜਿਹੜੇ ਵੇਖਦੇ ਰਹਿੰਦੇ ਹਨ ਕਿਹੜਾ ਆਇਆ ਕਿਹੜਾ ਨਹੀਂ, ਕਿੰਨੇ ਕਿਹੜੇ ਕੱਪੜੇ ਪਾਏ, ਕਿੰਨੇ ਕਿਹੜੇ। ਸੋ ਉਂਗੂ ਕਿਹਨੂੰ ਕਹਿੰਦੇ ਹਨ, ਜਿਹੜਾ ਨੁਕਸੀ ਲੱਭਦਾ ਫਿਰਦਾ। ਗ੍ਰੰਥੀ ਸਿੰਘ ਨੇ ਕਿਹੜੀ ਗਲਤੀ ਕੀਤੀ ਹੈ, ਅਤੇ ਰਾਗੀ ਨੇ ਕਿਹੜੀ ਗਲਤੀ ਕੀਤੀ ਹੈ, ਕਥਾਵਾਚਕ ਨੇ ਕਿਹੜੀ ਗਲਤੀ ਕੀਤੀ ਹੈ, ਤੇ ਉਹਦਾ ਵੀਕ ਪੁਆਇੰਟ ਹੀ ਲੱਭਣਾ। ਸੋ ਸੰਗਤ ਜੀ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਅਕਾਲ ਪੁਰਖ ਵਾਹਿਗੁਰੂ ਹੀ ਅਭੁੱਲ ਹੈ, ਉਸ ਨੂੰ ਕਦੀ ਨਹੀਂ ਭੁੱਲਦਾ। ਇਹ ਜਿਹੜਾ ਪ੍ਰਾਣ ਧਾਰੀ ਜੀਵ ਹੈ, ਇਹ ਤਾਂ ਭੁੱਲਣਹਾਰ ਹੈ। ਅਤੇ ਚੁੰਗੂ ਕੀ ਹੈ, ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦਾ ਪਵਿੱਤਰ ਹਰ ਜਸ ਸਰਵਣ ਕਰਦਾ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਮੁੱਚੇ ਹਰ ਜਸ ਨੂੰ ਸਰਵਣ ਕਰਕੇ ਧਾਰਨ ਕਰਦਾ, ਭਾਵ ਨਾਮ ਰਸ ਲੈ ਕੇ ਜਾਂਦਾ। ਸੋ ਇਸੇ ਤਰੀਕੇ ਦੇ ਨਾਲ ਪਾਤਸ਼ਾਹ ਜੀ ਸਾਡੇ ਤਾਂ ਸਮਝਾਉਂਦੇ ਹਨ ਕਿ ਸਤ ਸੰਗਤ ਕਿੰਨੀ ਜ਼ਰੂਰੀ ਹੈ। ਜਿਨ ਸਤਿਗੁਰ ਸੰਗਤ ਪਾਈ, ਤਿੰਨ ਧੁਰ ਮਸਤਕ ਲਿਖਿਆ ਲਿਖਾਸ। ਤੇ ਜਿਹੜੇ ਕਦੇ ਸਤ ਸੰਗਤ ਨਹੀਂ ਕਰਦੇ, ਉਹਨਾਂ ਨੂੰ ਸਤਿਗੁਰੂ ਜੀ ਕੀ ਕਹਿੰਦੇ ਹਨ, ਧ੍ਰਿਗ ਜੀਵੇ ਧ੍ਰਿਗ ਜੀਵਾਸ। ਸੋ ਸੰਗਤ ਜੀ, 100 ਵਾਰ ਕਿਸੇ ਨੂੰ ਫਿੱਟੇ ਮੂੰਹ ਕਹਿ ਦਈਏ ਨਾ, ਤਾਂ ਇੱਕ ਲਾਹਣਤ ਬਣਦੀ ਹੈ, ਤੇ 100 ਲਾਹਣਤਾਂ ਪਾ ਦਈਏ ਤਾਂ ਉਸ ਦਾ ਇੱਕ ਧ੍ਰਿਗ ਬਣਦਾ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ, ਜੋ ਸਤ ਸੰਗਤ ਨਹੀਂ ਕਰਦੇ, ਸੋ ਭਾਈ ਉਹਨਾਂ ਦੇ ਜੀਵਨ ਉੱਪਰ ਧ੍ਰਿਗਾਕਾਰ ਹੈ। ਸੋ ਜਿਹੜੇ ਸਤ ਸੰਗਤ ਨਹੀਂ ਕਰਦੇ, ਉਹ ਹੀ ਸੋਚਣ ਦੇ ਯੋਗ ਹਨ, ਉਹਨਾਂ ਦੇ ਮਰਨ ਉੱਪਰ ਅਫਸੋਸ ਹੈ। ਗੁਰ ਸ਼ਰਦਾ ਉਰ ਜਿਨ ਕੇ ਨਾਏ ਨਾ, ਜਿਨ੍ਹਾਂ ਦੇ ਹਿਰਦੇ ਵਿੱਚ ਸਤਿਗੁਰਾਂ ਜੀ ਦੇ ਪ੍ਰਤੀ ਸ਼ਰਧਾ ਨਹੀਂ ਹੈ। ਤ੍ਰਿਸ਼ਨਾ ਤੇ ਮਨ ਵਰਜਿ ਉਜਾਏ ਨਾ, ਜਿਨ੍ਹਾਂ ਨੇ ਦੁਨਿਆਵੀ ਪਦਾਰਥਾਂ ਦਾ ਲੋਭ ਤੋਂ ਅੱਗੇ ਜਾ ਕਰਕੇ ਜਿਹੜੀ ਤ੍ਰਿਸ਼ਨਾ ਦਾ ਰੂਪ ਧਾਰਨ ਕਰ ਲਿਆ ਹੈ, ਜਿਨ੍ਹਾਂ ਨੇ ਤ੍ਰਿਸ਼ਨਾ ਨੂੰ ਕਦੀ ਰੋਕਿਆ ਹੀ ਨਹੀਂ। ਗੁਣ ਤਜ ਅਵਗੁਣ ਸੰਗ੍ਰਹਿ ਕਰੇ, ਜਿਨ੍ਹਾਂ ਨੇ ਕਦੀ ਵੀ ਸ਼ੁਭ ਗੁਣ ਧਾਰ ਨਹੀਂ ਕੀਤੇ, ਅਵਗੁਣ ਹੀ ਇਕੱਠੇ ਕੀਤੇ ਹਨ। ਤੇ ਸੋਚਨ ਕੇ ਜੋਗ ਜੇ ਮਰੇ, ਐਸੇ ਹੀ ਪ੍ਰਾਣੀ ਸੋਚਣ ਦੇ ਯੋਗ ਨੇ। ਇਹਨਾਂ ਨੂੰ ਹੀ ਰੋਣਾ ਬਣਦਾ ਹੈ, ਇਹਨਾਂ ਨੂੰ ਪਿਟਣਾ ਤੇ ਸਿਆਪਾ ਬੰਨਣਾ ਪੈਂਦਾ ਹੈ। ਸੋ ਜਿਹੜੇ ਰੱਬ ਦਾ ਨਾਮ ਜਨਮ ਮਰਨ ਦੋਹ ਮੈਂ ਨਾਹੀ, ਜਨ ਪਰ ਉਪਕਾਰੀ ਆਏ, ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ, ਸੱਚਾ ਪਿੜ ਮੱਲਿਆ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਪਵਿੱਤਰ ਸੱਚਖੰਡ ਗਮਨ ਵਾਸਤੇ ਕਾਹਦਾ ਅਫਸੋਸ ਕਰਨਾ ਭਾਈ। ਉਹੀ ਜੋਤ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਵਿੱਚ ਜਗਮਗਾ ਰਹੀ ਹੈ, ਤੇ ਰਹਿੰਦੀ ਦੁਨੀਆ ਤੱਕ ਸਾਨੂੰ ਤਾਰਦੀ ਰਹੇਗੀ। ਸੋ ਇੱਥੋਂ ਤੱਕ ਤੁਰਕੀ ਅਗਾਧ ਬੋਧ ਗੁਰਬਾਣੀ ਦੀ ਅਤੇ ਪਵਿੱਤਰ ਸਤਿਗੁਰਾਂ ਜੀ ਦੀ ਹਰ ਜਸ ਦੀ ਕਥਾ ਵਿਚਾਰਤਾ ਕਰਦਿਆਂ ਸੰਗਤ ਜੀ, ਤੁਸ਼ ਬੁੱਧੀ ਹੋਣ ਕਰਕੇ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਣਹਾਰ ਹਨ।
ਆਪ ਗੁਰੂ ਰੂਪ ਸੰਗਤ ਬਖਸ਼ਣ ਯੋਗ ਹੋ ਬਖਸ਼ ਲੈਣਾ। ਅੱਗੇ ਵਾਸਤੇ ਸੁੱਧ ਅਤੇ ਸਪਸ਼ਟ ਕਥਾ ਵਿਚਾਰਤਾ ਕਰਨ ਦੀ, ਉੱਚੇ ਸੁੱਚੇ ਜੀਵਨ ਦੀ, ਗੁਰੂ ਘਰ ਦੀ ਸਿੱਖੀ ਸੇਵਾ ਸਿਮਰਨ ਬਖਸ਼ਿਸ਼ ਕਰਕੇ ਨਿਹਾਲ ਕਰਨਾ ਜੀ। ਪਾਤਸ਼ਾਹ ਜੀ ਕਿਰਪਾ ਕਰਨ, ਪੜ੍ਹੀ ਸੁਣੀ ਕਥਾ ਵਿਚਾਰਤਾ ਦਾ ਫਲ ਭਾਵ, ਕੀਤੀ ਹੋਈ ਸਤ ਸੰਗਤ ਸੇਵਾ ਸਿਮਰਨ ਦਾ ਫਲ ਭਾਵ, ਜੋ ਵੀ ਮਾਈ ਭਾਈ ਦੂਰੋਂ ਨੇੜਿਓਂ ਚੱਲ ਕਰਕੇ ਆਏ ਹਨ, ਸਤਿਗੁਰੂ ਜੀ ਕਿਰਪਾ ਕਰਨ, ਸਾਡੇ ਸਾਰਿਆਂ ਤੇ ਫਲ ਭਾਵ ਬਖਸ਼ਿਸ਼ ਕਰਨ। ਸਾਨੂੰ ਸਭ ਨੂੰ ਦਰੋਂ ਘਰੋਂ ਸਿੱਖੀ ਸੇਵਾ ਸਿਮਰਨ ਬਖਸ਼ਿਸ਼ ਕਰਕੇ ਨਿਹਾਲ ਕਰਨ। ਦਰ ਘਰ ਦੀ ਪ੍ਰੀਤੀ ਬਖਸ਼ਿਸ਼ ਕਰਕੇ ਨਿਹਾਲ ਕਰਨ। ਸੋ ਸੰਗਤ ਜੀ ਇੱਥੇ ਹੀ ਵਿਚਾਰਾਂ ਦੀ ਸਮਾਪਤੀ ਹੈ। ਵਾਹਿਗੁਰੂ 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 हे गोबिंद हे गोपाल हे दयाल लाल प्राणनाथ अनाथ सखे दीन दर्द निवार हे समरथ अगम पूरन मोहे मया तार अंधकोप महाभयान नानक पार उतार हे अच्युत हे पार ब्रह्म अबनासी अगनास हे पूरन हे सर्व मैं दुख भंजन गुणतास हे संगी हे निरंकार हे निर्गुण सब टेक हे गोबिंद हे गुण निधान जाकै सदा विवेक हे अपरंपर हर हरि है पियो मनहार हे संत कै सदा संग निधारा आधार हे ठाकुर हौदासुरो मैं निर्गुण गुण नहीं कोई नानक दीजै नाम दान राखो ही परोए आए प्रभ सरनागति कृपा निध दयाल एक अखर हर मन बसत नानक होत निहाल वाहिगुरु नाम जहाज है चढ़े सुतरै पार जो शरदा कर सेवंदे गुर पार उतारनहार जो शरदा कर सेवंदे गुर पार उतारनहार वाहिगुरु जी का खालसा वाहिगुरु जी की फतेह।